स्वागत। पंजाबन टीवी देख रहे सारे दर्शकों का मैं मेघा प्रोग्राम आरोग जीवन दे विच स्वागत करदी हां। कहंदे दंद गए तो स्वाद गया। जी हाँ, वाकई गल बिल्कुल ठीक है। जदों कभी महसूस करो दंद दे विच थोड़ी जी तकलीफ तो उस वेले हो जाता साडा बुरा हाल, वो दर्द सहनी बड़ी औखी हो जाती है तो कुछ भी खाण नूं दिल नहीं करता, भावें सामने पई चीज़ साडी बहुत खास ही क्यों ना होवे। इसलिए दंदां दी संभाल बहुत ज़रूरी है तो इस बारे ही गलबात करन लई असीं अपने पंजाबन टीवी दे स्टूडियो दे विच सदा दिता है डॉक्टर मीनल नूं। डॉक्टर मीनल दंदां दे रोगां दे माहिर ने। बहुत बहुत तुहाडा स्वागत। थैंक यू सो मच। थैंक यू मेघा। ਤੇ ਅਸੀਂ ਆਰੋਗ ਜੀਵਨ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲੇ ਬੱਚਿਆਂ ਦੀ ਹੀ ਗੱਲ ਕਰਦੇ ਹਾਂ, ਹੈ ਨਾ। ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ੍ਹ ਬੱਚਿਆਂ ਨੂੰ ਵੀ ਦੰਦਾਂ ਦੀ ਜਿਹੜੀ ਸਮੱਸਿਆ ਹੈ ਉਹ ਕਾਫੀ ਜ਼ਿਆਦਾ ਆਉਂਦੀ ਹੈ ਤੇ ਅਕਸਰ ਬੱਚੇ ਕਈ ਵਾਰੀ ਇਹ ਵੀ ਸ਼ਿਕਾਇਤ ਕਰਦੇ ਨੇ ਕਿ ਠੰਡਾ ਲੱਗ ਰਿਹਾ ਹੈ, ਗਰਮ ਲੱਗ ਰਿਹਾ ਹੈ। ਇਹ ਕਿਉਂ ਹੁੰਦਾ ਹੈ ਤੇ ਕੀ ਕਾਰਨ ਹੈ ਇਹਦਾ? ਐਕਚੁਅਲੀ ਬੱਚਿਆਂ ਦੀ ਜਿਹੜੀ ਦੰਦਾਂ ਦੀ ਪ੍ਰੋਬਲਮ ਹੈ ਉਹ इवन उन्होंने छोटे होंदे तो भी हो सकती है बिल्कुल, जो उन्होंने बोतल नाल उन्होंने दूध पिलाया जाता है। उस दौरान की होंदा है कई पेरेंट्स केयर नहीं करते, ਜਿਹੜੀ बोतल होंदी है उन्होंने मूँह 'ਚ इदां ही छੱਡ ਦਿੰਦੇ ਨੇ ਤੇ ਇਦਾਂ ਹੀ ਸਵਾ ਦਿੰਦੇ ਨੇ ਬਿਨਾਂ ਦੰਦ ਸਾਫ਼ ਕੀਤੇ ਬੱਚਿਆਂ ਨੂੰ। ਉਹਨਾਂ ਨੂੰ ਨਰਸਿੰਗ ਕੇਰੀਜ਼ ਕਹਿੰਦੇ ਆ। ਉਹਦੇ ਨਾਲ ਕੀ ਹੁੰਦਾ, ਸਾਡੀ ਥੋੜੀ ਥੋੜੀ ਉੱਪਰ ਦੀ ਜਿਹੜੀ ਲੇਅਰ ਹੁੰਦੀ ਹੈ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ ਤੇ ਕਾਲੇ ਲੱਗਣੇ ਸ਼ੁਰੂ ਹੋ ਜਾਂਦੇ ਆ। ਉਹਨਾਂ ਦਾ ਵੀ ਟ੍ਰੀਟਮੈਂਟ ਪ੍ਰੋਪਰ ਅਸੀਂ ਕਰੀਦਾ। ਫਿਰ ਅਰਾਊਂਡ 3 ਤੋਂ 4 ਸਾਲ ਜਦ ਤੱਕ ਫਿਰ ਉਹਨਾਂ ਨੂੰ ਗਾਈਡਲਾਈਨ ਦੇ ਦਈਏ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਦੋਂ ਵੀ ਬੋਤਲ ਨਾਲ ਦੁੱਧ ਪਿਲਾਣਾ ਹੈ ਤੇ ਉਹਦੇ ਨਾਲ ਤੁਹਾਨੂੰ ਕੀ ਕੀ ਕੇਅਰ ਕਰਨ ਦੀ ਲੋੜ ਹੈਗੀ ਹੈ। ਤੇ ਉਹਦੇ ਨਾਲ ਅਸੀਂ ਉਹਨਾਂ ਨੂੰ ਫਸਟ ਆਫ ਆਲ ਇਹੀ ਕਹੀਦਾ ਹੈ ਕਿ ਤੁਸੀਂ ਆਪਣੇ ਬੱਚੇ ਦੇ ਜਿਹੜੇ ਦੰਦ ਉਹਨਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ, ਜੇ ਬ੍ਰਸ਼ ਨਹੀਂ ਕਰ ਸਕਦਾ ਬੱਚਾ ਸੋ ਗਿਆ, ਐਟਲੀਸਟ ਮਲਮਲ ਦਾ ਕੱਪੜਾ ਲੈ ਕੇ ਉਹਨੂੰ ਪਾਣੀ 'ਚ ਡਿਪ ਕਰਕੇ ਉਹਦੇ ਨਾਲ ਉਹਦੀ ਟੰਗ ਔਰ ਉਹਦੇ ਦੰਦਾਂ ਉੱਤੇ ਜੋ ਵੀ ਜੰਮਿਆ ਹੋਇਆ ਦੁੱਧ ਜਾਂ ਕੋਈ ਵੀ ਪ੍ਰੋਡਕਟ ਉਹਨੂੰ ਪ੍ਰੋਪਰਲੀ क्लीन करके फिर बच्चे ਨੂੰ सुलाओ। जी, मतलब बहुत जरूरी है कि ये सब करिए ताकि बच्चे ਜਿਹੜੇ ਦੰਦ ਹੈ ਉਹ ਬਿਲਕੁਲ ਠੀਕ ਰਹਿਣ। ਉਹ ਠੀਕ ਰਹਿਣ। ਫਿਰ ਜਿਨ੍ਹਾਂ ਦੀ ਅਗਲੀ ਏਜ ਹੁੰਦੀਆਂ ਨੇ ਉਹ ਨੈਚੁਰਲੀ ਜਿਹੜੇ ਬੱਚਿਆਂ ਨੂੰ ਰਾਤੀ ਬ੍ਰਸ਼ ਕਰਾ ਕੇ ਨਹੀਂ ਸਵਾਇਆ ਜਾਂਦਾ 3 ਸਾਲ ਤੋਂ ਬਾਅਦ 4 ਸਾਲ ਤੋਂ ਬਾਅਦ, ਜਿਹੜੇ ਕਿ ਬੋਤਲ ਨਾਲ ਦੁੱਧ ਨਹੀਂ ਪੀ ਰਹੇ, ਹੁਣ ਆਪਣੇ ਆਪ ਖਾ ਪੀ ਰਹੇ ਨੇ, ਉਹਨਾਂ ਦੇ ਵਿੱਚ ਉਹਨਾਂ ਨੂੰ ਰਾਤ ਉਹਨਾਂ ਦੀ ਬ੍ਰਸ਼ਿੰਗ ਟੈਕਨੀਕ ਕੀ ਹੈ, ਬ੍ਰਸ਼ਿੰਗ ਟਾਈਮਿੰਗਸ ਕੀ ਹੈ ਔਰ ਬੱਚੇ ਖਾਣ ਪੀਣ ਕੀ ਲੈ ਰਹੇ ਨੇ। ਮੇਨਲੀ ਜਿਹੜੀਆਂ ਚੌਕਲੇਟਸ ਜਾਂ ਚਿਪਕਣ ਵਾਲੀਆਂ ਚੀਜ਼ਾਂ ਜਾਂ ਫਾਸਟ ਫੂਡ ਲੈਂਦੇ ਨੇ, ਪਰ ਖਾਣ ਜੋ ਮਰਜੀ ਬੱਚੇ ਅਸੀਂ ਨਹੀਂ ਰੋਕ ਸਕਦੇ ਉਹਨਾਂ ਨੂੰ। ਉਹਨਾਂ ਦਾ ਵੀ ਟੇਸਟ ਬਰਡਸ ਹੈਗੇ, ਉਹਨਾਂ ਨੇ ਵੀ ਇੰਜੋਏ ਕਰਨਾ ਹੈ, ਬਟ ਲੇਕਿਨ ਉਹਨਾਂ ਦੀ ਜਿਹੜੀ ਕੇਅਰ ਹੋ ਰਹੀ ਹੈ ਉਹ ਉਹਨਾਂ ਦੀ ਕਿਸ ਹਿਸਾਬ ਨਾਲ ਹੈ, ਕਿਆ ਬੱਚੇ ਪ੍ਰੋਪਰ ਬ੍ਰਸ਼ ਕਰ ਰਹੇ ਨੇ ਕਿ ਨਹੀਂ। ਉਹਨਾਂ ਨੂੰ ਠੰਡਾ ਗਰਮ ਤਾਂ ਹੀ ਲੱਗਦਾ ਜਦੋਂ ਦੰਦਾਂ ਦੀ ਉੱਪਰਲੀ ਲੇਅਰ ਜਦੋਂ ਖੁਰਨੀ ਸ਼ੁਰੂ ਹੋ ਜਾਂਦੀ ਹੈ, ਫਿਰ ਬੱਚੇ ਕੰਪਲੇਂਟ ਕਰਦੇ ਨੇ। ਜੀ, ਉਸ ਵੇਲੇ ਜਦੋਂ ਇਦਾਂ ਕੰਪਲੇਂਟ ਕਰਨ ਬੱਚੇ ਕਿ ਮੈਨੂੰ ਠੰਡਾ ਗਰਮ ਲੱਗ ਰਿਹਾ, ਉਸ ਵੇਲੇ ਕੀ ਕਰਨਾ ਚਾਹੀਦਾ? ਕਿਸ ਤਰ੍ਹਾਂ ਬੱਚਿਆਂ ਦੇ ਦੰਦਾਂ ਦਾ ਧਿਆਨ ਰੱਖਣਾ ਚਾਹੀਦਾ? ਇੱਕ ਤਾਂ ਪਹਿਲਾਂ ਤੁਸੀਂ ਆਪਣੇ ਡੈਂਟਿਸਟ ਨੂੰ ਦਿਖਾਓ, ਠੀਕ ਹੈ। ਅਗਰ ਉਹਨਾਂ ਦੇ ਕੋਈ ਕੀੜਾ ਲੱਗ ਗਿਆ ਹੈ, ਉਹਨਾਂ ਦੀ ਪ੍ਰੋਪਰ ਫਿਲਿੰਗ ਹੋਣ ਵਾਲੀ ਹੁੰਦੀ ਹੈ, ਜੇ ਦੰਦ ਜ਼ਿਆਦਾ ਖੁਰ ਗਿਆ ਤੇ ਉਹਦੀ ਰੂਟ ਕੈਨਾਲ ਰਿਕੁਆਇਰਡ ਹੈ ਤੇ ਬੱਚਿਆਂ ਦੇ ਦੰਦਾਂ ਦੀ ਰੂਟ ਕੈਨਾਲ ਵੀ ਪੋਸੀਬਲ ਹੈ। ਉਹੀ ਇੱਕ ਵੇ ਆਊਟ ਹੈ ਦੰਦ ਨੂੰ ਬਚਾਉਣ ਦਾ। ਅਕਸਰ ਸੁਣਿਆ ਹੈ ਕਿ ਬੱਚਿਆਂ ਦੇ ਵਿੱਚ ਇਹ ਸੁਣਿਆ ਹੈ ਕਿ ਦੰਦ ਨੂੰ ਕੀੜਾ ਲੱਗ ਗਿਆ ਜਾਂ 2-4 ਦੰਦ ਇਕੱਠਿਆਂ ਨੂੰ, ਕਿ ਸੱਚਮੁੱਚ ਦਾ ਕੀੜਾ ਹੁੰਦਾ ਹੈ ਜਾਂ ਕਿਸੇ ਇਨਫੈਕਸ਼ਨ ਨੂੰ ਕਿਹਾ ਜਾਂਦਾ ਹੈ? नहीं देखो, कीड़ा होंदा कि ये दंद दा डिके होना होंदा है, ठीक है। ऐसा कोई कीड़ा नहीं अंदर चल रहा होंदा। किसी भी चीज़ ਨੂੰ ਜਿਵੇਂ ਕੋਈ ਉਹਦੇ ਉੱਤੇ ਅਗਰ ਬੱਚਾ ਮਿੱਠਾ ਖਾ ਰਿਹਾ, ਮਿੱਠਾ ਪਿਆ ਫਰਮੈਂਟੇਸ਼ਨ ਹੋ ਰਹੀ ਹੈ, ਉੱਥੇ ਫਰਮੈਂਟੇਸ਼ਨ ਹੋਣ ਨਾਲ ਨੈਚੁਰਲੀ ਉੱਥੇ ਬੈਕਟੀਰੀਅਲ ਗਰੋਥ ਹੋ ਰਹੀ ਹੈ ਤੁਹਾਡੀ। ਉਹ ਜਿਹੜੀ ਬੈਕਟੀਰੀਅਲ ਗਰੋਥ ਹੈ ਉਹਨੂੰ ਲੇਮੈਨ ਦੇ ਵਿੱਚ ਐਕਚੁਅਲੀ ਕੀੜਾ ਕਹਿ ਕੇ ਹੀ ਸਮਝਾਇਆ ਜਾਂਦਾ ਹੈ। ਉਹ ਕਾਲਾ ਪੈ ਜਾਂਦਾ ਹੈ ਜਦੋਂ ਉਹਨਾਂ ਨੂੰ ਥੋੜੇ ਟਾਈਮ ਦੇ ਵਿੱਚ ਉਹਨਾਂ ਨੂੰ ਨਹੀਂ ਠੀਕ ਕੀਤਾ ਜਾਂਦਾ, ਫਿਰ ਉਹ ਹੋਰ ਵੱਧ ਜਾਂਦਾ ਹੈ ਨੈਚੁਰਲੀ। ਈਵਨ ਇੱਕ ਡਾਟ ਵੀ ਅਗਰ ਲੱਗ ਗਿਆ ਤੁਹਾਨੂੰ ਕਿ ਕਾਲਾ ਹੋ ਰਿਹਾ ਦੰਦ, ਉਹਨੂੰ ਉਸੇ ਟਾਈਮ ਠੀਕ ਕਰਾਓ। ਜੇ ਉਹ ਨਹੀਂ ਕਰਾਉਂਦੇ ਨੈਚੁਰਲੀ ਉਹਨੇ ਪ੍ਰੋਗਰੈਸ ਕਰਨਾ ਹੀ ਕਰਨਾ ਹੈ ਅੱਗੇ ਦੇ ਅੱਗੇ, ਉਹ ਨਹੀਂ ਰੁਕੇਗਾ ਵਿਦਆਊਟ ਡੈਂਟਲ ਟ੍ਰੀਟਮੈਂਟ। ਕਲੀਨਿਕਲ ਟ੍ਰੀਟਮੈਂਟ ਰਿਕੁਆਇਰਡ ਜ਼ਰੂਰੀ ਹੈ ਉਹਦੇ ਲਈ। ਜੀ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਡਾਕਟਰ ਮੀਨਾ। ਕਈ ਵਾਰ ਇਹ ਵੀ ਦੇਖਿਆ ਕਿ ਬੱਚਿਆਂ ਦੇ ਦੁੱਧ ਦੇ ਦੰਦ ਹੁੰਦੇ ਨੇ ਤੇ ਪਿੱਛੋਂ ਇੱਕ ਹੋਰ ਦੰਦ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਨਾ, ਕਈ ਵਾਰ ਦੰਦ ਤੇ ਵੀ ਦੰਦ ਚੜ ਜਾਂਦਾ ਹੈ। ਇਹ ਕਿਉਂ ਹੋ ਜਾਂਦਾ ਤੇ ਕਿੱਦਾਂ ਇਹਦੇ ਬਾਰੇ ਜਾਣੀਏ? हाँ, एक्चुअली कि कई बार ਜਿਹੜੇ ਦੁੱਧ ਦੇ ਦੰਦ ਹੁੰਦੇ ਨੇ ਉਹਨਾਂ ਦੀ ਰੂਟ ਥੋੜੀ ਜਿਹੀ ਮਜ਼ਬੂਤ ਹੁੰਦੀ ਹੈ, ਠੀਕ ਹੈ। ਉਹ ਡੀਪ ਪਈ ਹੁੰਦੀ ਹੈ, ਦੰਦ ਜਲਦੀ ਗਿਰਦਾ ਨਹੀਂ। ਲੇਕਿਨ ਹੁਣ ਜਿਵੇਂ ਬੱਚਾ ਅਗਰ 6 ਸਾਲ ਦਾ ਹੈ ਜਾਂ 6 ਸਾਲ ਪਲੱਸ ਦਾ ਹੈ, ਜਦੋਂ ਕਿ ਸਾਡੇ ਪੱਕੇ ਦੰਦ ਆਉਣੇ ਸ਼ੁਰੂ ਹੁੰਦੇ ਹੈ, ਤੇ ਜਦੋਂ ਉਸ ਟਾਈਮ ਦੇ ਪੀਰੀਅਡ ਤੋਂ ਪਹਿਲਾਂ ਅਗਰ ਦੰਦ ਨਹੀਂ ਝੜਦਾ, ਠੀਕ ਹੈ, ਦੰਦ ਦੀ ਮਜ਼ਬੂਤ ਰੂਟ ਹੋਣ ਕਰਕੇ ਦੰਦ ਨਹੀਂ ਝੜ ਰਿਹਾ, ਤੇ ਨੈਚੁਰਲੀ ਜਿਹੜਾ ਦੰਦ ਹੈ ਉਹਨੇ ਤਾਂ ਆਪਣੇ ਟਾਈਮ ਤੇ ਨਿਕਲਣਾ ਹੀ ਹੈ, ਉਹ ਨਿਕਲਣਾ ਸ਼ੁਰੂ ਹੋ ਜਾਂਦਾ ਤੇ ਇਹ ਦੰਦ ਨਹੀਂ ਡਿੱਗਦਾ, ਫਿਰ ਦੰਦ ਟੇਢੇ ਮੇਢੇ ਆਣੇ ਸ਼ੁਰੂ ਹੋ ਜਾਂਦੇ। ਨੈਚੁਰਲੀ ਦੰਦ ਉਸੇ ਜਗ੍ਹਾ ਤੇ ਪੱਕ ਜਾਂਦਾ ਹੈ। ਤੇ ਬੈਟਰ ਇਹੀ ਹੁੰਦਾ ਹੈ ਕਿ ਜਾ ਕੇ ਅਗਰ ਦੰਦ ਖੁਦ ਨਹੀਂ ਗਿਰ ਰਿਹਾ ਉਹਦੀ ਕਲੀਨਿਕਲ ਐਕਸਟ੍ਰੈਕਸ਼ਨ ਕਰਵਾਓ,
ਉਹ ਦੰਦ ਨਿਕਲਵਾਓ ਤਾਂ ਕਿ ਉਹ ਜਿਹੜਾ ਨਵਾਂ ਦੰਦ ਆ ਰਿਹਾ ਉਹ ਆਪਣੀ ਨਵੀਂ ਪੋਜੀਸ਼ਨ ਤੇ ਆ ਜਾਏ। ਜੀ ਬਿਲਕੁਲ ਠੀਕ। ਤੇ ਮਿਲਕ ਟੀਥ ਜਿੱਦਾਂ ਬੱਚਿਆਂ ਦੇ ਹੁੰਦੇ ਆ ਹੈਨਾ, ਤੇ ਪੇਰੈਂਟਸ ਉਹਨੂੰ ਕਈ ਵਾਰ ਇਗਨੋਰ ਕਰ ਦਿੰਦੇ ਆ, ਹੁੰਦਾ ਹੈ ਕਿ ਇਹ ਤਾਂ ਦੁੱਧ ਦੇ ਦੰਦ ਹੈ, ਇਹ ਤਾਂ ਟੁੱਟ ਹੀ ਜਾਣੇ, ਇੰਨੀ ਸਾਂਭ ਸੰਭਾਲ ਦੀ ਇਹਦੀ ਲੋੜ ਨਹੀਂ ਹੈ। ਕੀ ਇਹ ਸੋਚ ਠੀਕ ਹੈ? ਨਹੀਂ ਨਹੀਂ, ਇਹ ਬਿਲਕੁਲ ਗਲਤ ਸੋਚ ਹੈ, ਕਿਉਂਕਿ ਇੱਕ ਦੁੱਧ ਦੇ ਦੰਦ 'ਚ ਵੀ ਇਨਫੈਕਸ਼ਨ ਹੋਣ ਨਾਲ ਉਹਨਾਂ ਦੇ ਇਵਨ ਜਬਾੜੇ ਦੇ ਵਿੱਚ ਵੀ ਇਨਫੈਕਸ਼ਨ ਹੋ ਸਕਦੀ ਹੈ, ਠੀਕ ਹੈ, ਉਹਨਾਂ ਦੇ ਜਿਬ ਦੇ ਥੱਲੇ ਇਨਫੈਕਸ਼ਨ ਹੋ ਸਕਦੀ ਹੈ, ਉਹ ਇਨਫੈਕਸ਼ਨ ਤੁਹਾਡੀ ਟਰੈਵਲ ਕਰ ਸਕਦੀ ਹੈ ਕਿਸੇ ਪਾਸੇ ਵੀ ਅਗਰ ਤੁਸੀਂ ਉਹਨੂੰ ਟਾਈਮਲੀ ਕੰਟਰੋਲ ਨਹੀਂ ਕਰੋਗੇ। ਹਾਂ, ਇਵਨ ਜਿਹੜੇ ਦੁੱਧ ਦੇ ਦੰਦ ਨੇ ਉਹਨਾਂ ਦੀ ਸੰਭਾਲ ਵੀ ਇਕੁਇਵਲੈਂਟ ਟੂ ਅਡਲਟਸ ਟੀਥ ਹੁੰਦਾ ਹੈ ਜੀ। ਹਾਂਜੀ, ਤੇ ਫਿਰ ਦੁੱਧ ਦੇ ਦੰਦ ਦੇ ਵਿੱਚ ਜਦੋਂ ਕੀੜਾ ਲੱਗ ਜਾਏ ਤੇ ਫਿਰ ਉਹ ਦੰਦ ਵੀ ਕੱਢਿਆ ਜਾਂਦਾ ਹੈ ਜਾਂ ਇਹ ਸੋਚੀਏ ਕਿ ਇਹ ਦੰਦ ਤਾਂ ਆਪਣੇ ਆਪ ਹੀ ਟੁੱਟ ਜਾਣਾ ਹੈ? ਦੇਖੋ, ਉਹ ਦੇਖਿਆ ਜਾਂਦਾ ਹੈ ਕਿ ਕਿਹੜੇ ਟਾਈਮ ਤੇ ਉਸ ਜਗ੍ਹਾ ਤੇ ਸਾਡਾ ਪੱਕਾ ਦੰਦ ਕਦੋਂ ਆਣਾ ਹੈ। ਜੇ ਸਾਡਾ ਪੱਕਾ ਦੰਦ ਆਉਣ ਵਾਲਾ ਹੁੰਦਾ ਹੈ ਆਲਮੋਸਟ ਨੀਅਰ ਬਾਈ ਪੀਰੀਅਡਸ ਦੇ ਵਿੱਚ ਹੀ, ਫਿਰ ਉਹ ਦੰਦ ਨੂੰ ਅਸੀਂ ਕੱਢ ਕੇ ਛੋੜ ਵੀ ਸਕਦੇ ਹਾਂ ਉਹ ਜਗ੍ਹਾ, ਇੰਨੀ ਜਲਦੀ ਨਹੀਂ ਪੜਦੀ। ਲੇਕਿਨ ਅਗਰ ਉਹ ਦੰਦ ਤੁਹਾਡਾ ਪਹਿਲਾਂ ਖਰਾਬ ਹੋ ਗਿਆ ਔਰ ਉਹ ਦੰਦ 3 ਜਾਂ 4 ਸਾਲ ਬਾਅਦ ਨਿਕਲਣਾ ਜਿਹੜਾ ਪੱਕਾ ਦੰਦ ਹੈ, ਫਿਰ ਅਸੀਂ ਉਹਦੇ ਤੇ ਸਪੇਸ ਮੇਨਟੇਨਰਸ ਲਗਾਈਦੇ ਨੇ, ਅਪਲਾਈਐਂਸਸ ਹੁੰਦੇ ਨੇ ਜਿਹੜੇ ਕਿ ਪੇਸ਼ੈਂਟ ਦੇ ਮੂੰਹ ਦੇ ਵਿੱਚ ਫਿਕਸ ਕਰ ਦਿੰਦੇ ਆ ਤਾਂ ਕਿ ਉਹ ਸਪੇਸ ਮੇਨਟੇਨ ਤੁਹਾਡੀ ਰਵੇ ਔਰ ਉਸ ਜਗ੍ਹਾ ਜਿਹੜਾ ਪੱਕਾ ਦੰਦ ਆਣਾ ਉਹੀ ਦੰਦ ਪ੍ਰੋਪਰ ਪੋਜੀਸ਼ਨ ਤੇ ਆਵੇ, ਉਹ ਟੇਢੀ ਮੇਢੀ ਜਗ੍ਹਾ ਤੇ ਨਾ ਚਲਾ ਜਾਏ। ਜੀ, ਮਤਲਬ ਕਿ ਬੱਚਿਆਂ ਨੂੰ ਵੀ ਜੇ ਸਮੱਸਿਆ ਆਉਂਦੀ ਹੈ ਤੇ ਰੂਟ ਕਨਾਲ ਦੀ ਲੋੜ ਵੀ ਪੈਂਦੀ ਹੈ ਤਾਂ ਉੱਥੇ ਵੀ ਕੀਤੀ ਜਾਂਦੀ ਹੈ। ਹਾਂਜੀ ਹਾਂਜੀ, ਬਿਲਕੁਲ, ਉਹ ਤਾਂ ਕਿਸੇ ਵੀ ਏਜ ਵਿੱਚ ਰੂਟ ਕਨਾਲ, ਹਾਂ, ਜਿਵੇਂ ਨਰਸਿੰਗ ਕੇਰੀਜ਼ ਅਗਰ ਹੋ ਗਈ ਹੈ ਔਰ ਬਹੁਤ ਜ਼ਿਆਦਾ ਅਗਰ ਪੇਸ਼ੈਂਟ ਨੂੰ ਇਨਫੈਕਸ਼ਨ ਵੀ ਹੋ ਰਹੀ ਹੈ, ਉਹਨਾਂ ਦੇ ਪਸ ਵੀ ਆ ਰਹੀ ਹੈ, ਤਾਂ ਫਿਰ ਨੈਚੁਰਲੀ ਉੱਥੋਂ ਦੀ ਲੈ ਕੇ ਰੂਟ ਕਨਾਲ, ਈਵਨ ਅਸੀਂ ਜਦ ਤੱਕ ਉਹਨਾਂ ਦੇ ਦੁੱਧ ਦੇ ਦੰਦ ਪਏ ਹੈ ਕੋਈ ਵੀ ਏਜ ਦੇ ਵਿੱਚ ਉਹਨਾਂ ਦੇ ਰੂਟ ਕਨਾਲ ਕੀਤੀ ਜਾ ਸਕਦੀ ਹੈ। ਤੇ ਡਾਕਟਰ ਮੈਨੂੰ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ ਕਿ ਛੋਟਾ ਬੱਚਾ ਹੈ ਉਹ ਕਿੱਦਾਂ ਇਹ ਪ੍ਰੋਸੀਜਰ ਮਤਲਬ ਲੈਂਦਾ ਹੋਏਗਾ ਕਿ ਮਤਲਬ ਬੱਚੇ ਦਰਦ ਦਾ ਵੀ ਅਹਿਸਾਸ ਜ਼ਿਆਦਾ ਕਰਦੇ ਨੇ, ਫਿਰ ਇੰਨੀ ਦੇਰ ਬੱਚੇ ਨੂੰ ਕਹਿਣਾ ਕਿ ਮੂੰਹ ਖੋਲ ਕੇ ਬੈਠਣਾ ਉਹ ਵੀ ਔਖਾ ਹੈ, ਕਿੱਦਾਂ ਮਤਲਬ ਤੁਸੀਂ ਸਾਰਾ ਕੁਝ ਕਰਦੇ ਹੋ ਬੱਚਿਆਂ ਦਾ? ਦੇਖੋ, ਉਹਦੇ ਲਈ ਵੈਸੇ ਤਾਂ ਟੈਕਨੀਕਸ ਹੁੰਦੀਆਂ, ਨਾਈਟਰਸ ਆਕਸਾਈਡ ਵਗੈਰਾ ਜਿਹੜੀਆਂ ਗੈਸਸ ਹੁੰਦੀਆਂ ਉਹਦੇ ਥਰੂ ਅਸੀਂ ਪੇਸ਼ੈਂਟ ਨੂੰ ਕਾਮ ਕਰਕੇ ਉਹ ਪੇਸ਼ੈਂਟ ਨੂੰ ਥੋੜਾ ਜਿਹਾ ਅਸੀਂ ਸੈਮੀ ਕੌਨਸ਼ੀਅਸ ਕਰਕੇ ਫਿਰ ਅਸੀਂ ਉਹਨਾਂ ਦੇ ਟ੍ਰੀਟਮੈਂਟ ਕਰੀਦਾ। ਅੱਛਾ, ਉਹ ਐਕਚੁਅਲੀ ਜਾਂ ਫਿਰ ਬੱਚਿਆਂ ਨੂੰ ਜਿਵੇਂ ਗੱਲਬਾਤ ਵਗੈਰਾ ਗੱਲਾਂ ਬਾਤਾਂ 'ਚ ਲਿਆ ਕੇ ਉਹਨਾਂ ਨੂੰ ਥੋੜਾ ਜਿਹਾ ਆਪਣਾ ਬਣਾ ਕੇ ਥੋੜਾ ਕੌਨਫੀਡੈਂਸ 'ਚ ਲੈ ਕੇ ਉਹਨਾਂ ਨਾਲ ਗੱਲਾਂ ਬਾਤਾਂ ਦੇ ਵਿੱਚ ਹੀ ਉਹਨਾਂ ਨੂੰ ਇੰਜੈਕਸ਼ਨ ਲਗਾਤਾ ਤੇ ਇੱਕ ਵਾਰੀ ਜੇ ਉਹ ਸੁਣ ਹੋ ਗਿਆ ਫਿਰ ਤਾਂ ਪੇਸ਼ੈਂਟ ਨੂੰ ਪਤਾ ਵੀ ਨਹੀਂ ਚੱਲਦਾ, ਫਿਰ ਤਾਂ ਅਸੀਂ ਕਰ ਹੀ ਦਿੰਦੇ। ਜੀ ਬਿਲਕੁਲ। ਤੇ ਇੱਕ ਹੋਰ ਪ੍ਰੋਬਲਮ ਜਿਹੜੀ ਬੱਚਿਆਂ ਨਾਲ ਆਉਂਦੀ ਹੈ, ਅਸੀਂ ਦੇਖਿਆ ਕਿ ਬੱਚਿਆਂ ਦੇ ਦੰਦ ਉੱਚੇ ਹੋਣੇ ਸ਼ੁਰੂ ਹੋ ਜਾਂਦੇ ਹੈ ਨਾ, ਉਸ ਵੇਲੇ ਆਸ-ਪਾਸ ਦੇ ਲੋਕ ਟੋਕਦੇ ਨੇ ਕਿ ਦੰਦ ਉੱਚੇ ਹੋ ਰਹੇ ਨੇ ਤੇ ਇਹਦਾ ਟ੍ਰੀਟਮੈਂਟ ਕਰਾਓ, ਤੇ ਕੀ ਟ੍ਰੀਟਮੈਂਟ ਹੈ ਉਹਦਾ ਤੇ ਕੀ ਇਦਾਂ ਹੋ ਸਕਦਾ ਹੈ ਕਿ ਜਿਹੜਾ ਉਹ ਸੈੱਟ ਹੈ ਦੰਦਾਂ ਤੋਂ ਬਿਲਕੁਲ ਨੀਚੇ ਨੂੰ ਆ ਜਾਏ, ਮਤਲਬ ਬੀੜ ਜਿਹਨੂੰ ਕਹਿੰਦੇ ਉੱਚਾ ਨਾ ਹੋਵੇ? हाँ नहीं, एक्चुअली देखो, बीड़ ऊंचा होना जेनेटिक फैक्टर भी है, ठीक है, और बीड़ ऊंचा होना नेचुरली जो बच्चे दे अपने दुध दे दंद ने वो घट ब्रॉड ने, ठीक है, और ਜਿਹੜੇ ਉਹਨਾਂ ਦੇ ਨਵੇਂ ਦੰਦ ਆ ਰਹੇ ਨੇ ਉਹ ਥੋੜੇ ਬ੍ਰੌਡ ਜ਼ਿਆਦਾ ਨੇ, ਜਿਹੜੀ ਉਹਦੀ ਪ੍ਰੋਪੋਰਸ਼ਨੇਟ ਹੈ ਜੌ ਸਾਈਜ਼ ਔਰ ਦੰਦਾਂ ਦਾ ਸਾਈਜ਼ ਦੀ ਜਿਹੜੀ ਪ੍ਰੋਪੋਰਸ਼ਨੇਟ ਹੈ ਉਹ ਪ੍ਰੋਪਰ ਨਹੀਂ ਹੈ, ਉਹਦੇ ਕਰਕੇ ਵੀ ਬੱਚਿਆਂ ਦੇ ਜਿਹੜਾ ਬੀੜਾ ਉਹ ਉੱਪਰ ਨੂੰ ਹੋਣਾ ਸ਼ੁਰੂ ਹੋ ਜਾਂਦਾ, ਜਗ੍ਹਾ ਪ੍ਰੋਪਰ ਨਹੀਂ ਮਿਲਦੀ ਦੰਦਾਂ ਨੂੰ ਨਿਕਲਣ ਦੀ, ਨੈਚੁਰਲੀ ਥੋੜੇ ਬਾਹਰ ਨੂੰ ਨਿਕਲਦੇ ਨੇ। ਤੇ ਇਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਹੈ, ਪ੍ਰੋਪਰ ਇਹਨਾਂ ਦੀ ਅਲਾਈਨਮੈਂਟ ਸਹੀ ਹੋ ਸਕਦੀ ਹੈ और सही एज करानी चाहिए। अराउंड 13 साल तक सारे दंद निकल जाते बच्चों के अडल्ट टीथ, और 13 साल तो लैके 18 साल की उम्र के ट्रीटमेंट करा लेना चाहिए जी, ब्रेसेस लगा के करा लेना चाहिए। ते जे गैप ज़्यादा होए दंदां दे विच फिर भी यही तरीका अपनाया जाता है? बिल्कुल, फिर असी गैप क्लोज करीदा है, वो भी ब्रेसेस दे नाल भी हो जाते हैं। गैप्स क्रिएट होने का कारण है वह उल्टा हो जाता है कि दंद जिहड़े बहुत ज़्यादा चौड़े नहीं है, ठीक है, जबाड़ा उन्हां दा चौड़ा है लेकिन उन्हां दे दंद चौड़े नहीं है, फिर वो स्पेसेस आनियां शुरू हो जांदियां, फिर नैचुरली वो भी क्लोज हो जांदियां। जे स्पेसेस घट है तो स्पेस क्रिएट भी की जा सकती है, तो दंदां नूं उन्हां दी सही पोजीशन ते बिठाया जा सकता है। ते टेढ़े मेढ़े दंद है ना अक्सर बच्चों दे हो जाते हैं, तो कई बार घर दे भी कहना शुरू हो जाते हैं कि टॉफियां चॉकलेटां बहुत खांदा है, इहदे करके इहदे दंद टेढ़े मेढ़े हो गए। पहले तो ये दसो कि ये सच है कि टॉफी चॉकलेट्स नाल टेढ़े मेढ़े हो जाते हैं? नहीं मैम, मैं तो बिल्कुल भी नहीं, हो ही नहीं सकता, सिर्फ कीड़ा लग सकता है क्योंकि बहुत ज़्यादा स्वीट फूड है वो, इसलिए, लेकिन टेढ़े मेढ़े नहीं हो सकते। तो जे टेढ़े मेढ़े हो गए ने तो फिर किद्दां ठीक होंदे ने? ब्रेसेस, अच्छा, ब्रेसेस लगदे ने, ब्रेसेस लग के ही ठीक होंदे हैं, ते ब्रेसेस लग के जेडे टेढ़े मेढ़े दंद है वो ठीक हो जांदे। ते बच्चे जेडे शरारती भी बड़े होंदे ने, है ना, शरारतां करदे करदे हंसी मजाक करदे करदे बड़ी बार सट लग जांदी है, ते सट लगदी है कई बारी दंद ते अद्धा टुट जाता है, कई बारी दंद काले होने शुरू हो जाते हैं, ते की ट्रीटमेंट फिर इहदा कीता जांदा?
ਦੇਖੋ ਪਹਿਲਾਂ ਤਾਂ ਜਦੋਂ ਜੇ ਬੱਚਾ ਡਿੱਗਿਆ ਤੇ ਦੇਖਦੇ ਹਾਂ ਅਸੀਂ ਕਿਹੜੇ ਲੈਵਲ ਤੱਕ ਦੰਦ ਟੁੱਟਿਆ ਉਹਨਾਂ ਦਾ। ਜੇ ਅੱਧਾ ਟੁੱਟਿਆ ਨੈਚੁਰਲੀ ਉਹ ਕਈ ਵਾਰੀ ਕੋਈ ਅਗਰ ਪਹਿਲੇ ਐਕਸਰੇ ਕਰਕੇ ਦੇਖਦੇ ਹਾਂ, ਜੇ ਕੋਈ ਨੀਚੇ ਕੋਈ ਉਹਨਾਂ ਦੇ ਡੈਮੇਜ ਨਹੀਂ ਹੋਇਆ ਤੇ ਦੰਦ ਨੂੰ ਇਕੁਅਲ ਕਰ ਦਿੰਦੇ ਆ। ਲੇਕਿਨ ਅਗਰ ਕਈ ਬੱਚਿਆਂ ਦੇ ਮੈਂ ਦੇਖਿਆ, ਮੇਰੇ ਕੋ ਐਕਸੀਡੈਂਟਲ ਕੇਸ ਹੀ ਸੀਗਾ, ਉਹਦੇ ਦੋਨੋਂ ਫਰੰਟ ਵਾਲੇ ਦੰਦ ਬਾਹਰ ਆ ਗਏ। ਅੱਛਾ, ਠੀਕ ਹੈ। ਫਿਰ ਉਹਨਾਂ ਦੇ ਉਹ ਦੰਦ ਅਸੀਂ ਵਾਪਿਸ ਪਲੇਸ ਕੀਤੇ, ਵਾਪਿਸ ਪਲੇਸ ਕਰਕੇ ਉਹਨਾਂ ਨੂੰ ਸਪਲਿੰਟ ਕਰਕੇ ਅਸੀਂ 1 ਮਹੀਨਾ ਰੱਖਿਆ ਤੇ ਉਹਨਾਂ ਦੇ ਦੰਦ ਆਪਣੀ ਪੋਜੀਸ਼ਨ ਤੇ ਵਾਪਿਸ ਆ ਗਏ। ਰਾਈਟ। ਔਰ ਕਈਆਂ ਦੇ ਕੀ ਹੁੰਦਾ ਅਗਰ ਟੁੱਟ ਜਾਂਦਾ ਲੇਕਿਨ ਜਿਹੜੇ ਹੈਗੀ ਹੈ ਜਿਹੜਾ ਸਾਡਾ ਨਸ ਹੁੰਦੀ ਹੈ ਦੰਦ ਦੀ ਉਹਦੇ ਲੈਵਲ ਤੱਕ ਟੁੱਟਿਆ, ਫਿਰ ਅਸੀਂ ਉਹਦੇ ਰੂਟ ਕੈਨਾਲ ਕਰਕੇ ਕੈਪਿੰਗ ਕਰਕੇ ਫਿਰ ਉਹਦੇ ਥਰੂ ਉਹਨਾਂ ਦਾ ਟ੍ਰੀਟਮੈਂਟ ਪ੍ਰੋਸੀਡ ਕਰਦੇ। ਮਤਲਬ ਬੱਚਿਆਂ ਨੂੰ ਵੀ ਕੈਪਿੰਗ ਦੀ ਲੋੜ ਜਿਹੜੀ ਪੈਂਦੀ ਹੈ। ਹਾਂਜੀ, ਐਕਚੁਅਲੀ ਦੇਖੀਦਾ ਕਿ ਜੜ ਜਿਹੜੀ ਸਾਡੀ ਜੜ ਹੁੰਦੀ ਹੈ, ਦੰਦ ਨਿਕਲਣ ਤੋਂ 3 ਸਾਲ ਬਾਅਦ ਜੜ ਦਾ ਜਿਹੜਾ ਪੂਰਾ ਤਿਆਰ ਹੁੰਦੀ ਹੈ, ਤੇ ਜਦੋਂ ਜੜ ਦੀ ਪੂਰੀ ਕਲੋਜ਼ਰ ਹੋ ਜਾਂਦੀ ਹੈ ਫਿਰ ਅਸੀਂ ਉਹਨਾਂ ਨੂੰ ਕੈਪ ਵਗੈਰਾ ਐਡਵਾਈਸ ਕਰਦੇ ਜੀ। ਐਜ਼ ਅ ਡੈਂਟਿਸਟ ਤੁਸੀਂ ਬੱਚਿਆਂ ਨੂੰ ਜਾਂ ਉਹਨਾਂ ਦੇ ਪੇਰੈਂਟਸ ਨੂੰ ਕੀ ਸੁਜੈਸਟ ਕਰਦੇ ਹੋ ਕਿ ਕਿੰਨੀ ਦੇਰ ਬਾਅਦ ਡੈਂਟਲ ਚੈੱਕਅਪ ਹੋਣਾ ਬੱਚਿਆਂ ਲਈ ਜ਼ਰੂਰੀ ਹੈ? ਦੇਖੋ ਆਈਡਲੀ ਤਾਂ ਅਗਰ ਐਵਰੀ 6 ਮੰਥਸ ਪੇਰੈਂਟਸ ਉਹਨਾਂ ਦਾ ਚੈੱਕਅਪ ਕਰਾਉਣ, ਔਰ ਜਿਵੇਂ ਸਕੂਲਸ ਦੇ ਵਿੱਚ ਜਾਂ ਜਿਵੇਂ ਕਮਿਊਨਿਟੀਜ਼ ਦੇ ਵਿੱਚ ਉਹਨਾਂ ਦੇ ਚੈੱਕਅਪਸ ਹੁੰਦੇ ਨੇ, ਉੱਥੇ ਜੋ ਵੀ ਉਹਨਾਂ ਨੂੰ ਦੱਸਿਆ ਜਾਂਦਾ ਤੇ ਵਾਪਸ ਆਪਣੇ ਡੈਂਟਿਸਟ ਨੂੰ ਜਾ ਕੇ ਉਸ ਚੀਜ਼ ਨੂੰ ਕੰਸੀਡਰ ਕਰਨ ਔਰ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਲੈਣ ਤਾਂ ਉਹ ਜ਼ਿਆਦਾ ਜ਼ਰੂਰੀ ਹੈ। ਅਰਾਊਂਡ 6 ਮੰਥਸ ਆਫਟਰ ਸਭ ਨੂੰ ਆਪਣਾ ਚੈੱਕਅਪ ਕਰਾ ਲੈਣਾ ਚਾਹੀਦਾ, ਚਾਹੇ ਬੱਚੇ ਨੇ ਚਾਹੇ ਅਡਲਟ ਜੀ। ਤੇ ਬ੍ਰਸ਼ਿੰਗ ਦੀ ਜੇ ਗੱਲ ਕਰੀਏ ਤੇ ਇਹ ਰეკਮੈਂਡ ਕੀਤਾ ਜਾਂਦਾ ਹੈ ਕਿ 2 ਵਾਰ ਤਾਂ ਬ੍ਰਸ਼ ਸਵੇਰੇ ਉੱਠਦੇ ਤਾਂ ਸਾਰੇ ਹੀ ਕਰਦੇ ਨੇ, ਪਰ ਰਾਤੀ ਸੌਣ ਤੋਂ ਪਹਿਲਾਂ ਵੀ ਬ੍ਰਸ਼ ਜ਼ਰੂਰ ਕਰਨਾ ਚਾਹੀਦਾ ਹੈ। ਖਾਸ ਤੌਰ ਤੇ ਮੈਂ ਅੱਜ ਕੱਲ ਦੀ ਗੱਲ ਕਰਾਂ, ਅਸੀਂ ਦੇਖ ਰਹੇ ਹਾਂ ਕਿ ਮਾਹੌਲ ਇਦਾਂ ਦਾ ਹੈ ਨਾ, ਬੱਚੇ ਘਰ ਨੇ, ਆਨਲਾਈਨ ਸਟੱਡੀਜ਼ ਕਰ ਰਹੇ ਨੇ ਤੇ ਮੰਚਿੰਗ ਵੀ ਜ਼ਿਆਦਾ ਹੋ ਰਹੀ ਹੈ, ਥੋੜੀ ਦੇਰ ਬਾਅਦ ਕੁਝ ਖਾ ਰਹੇ ਨੇ, ਤੇ ਇਹਦੇ ਨਾਲ ਜੇ ਖਾਣਾ ਜ਼ਿਆਦਾ ਹੋ ਰਿਹਾ ਤੇ ਕਲੀਨਿੰਗ ਵੀ ਵੱਧ ਦੀ ਲੋੜ ਹੈ ਜੀ। ਨਹੀਂ, ਪਰ ਦੇਖੋ ਬ੍ਰਸ਼ਿੰਗ ਤਾਂ 2 ਟਾਈਮ ਹੀ ਬੈਟਰ ਹੈ। ਪ੍ਰੋਟੋਕੋਲ ਇਹੀ ਹੈ ਕਿ ਅਗਰ ਤੁਸੀਂ ਰਾਤ ਦਾ ਬ੍ਰਸ਼ ਕਰਦੇ ਹੋ, ਸਾਰੇ ਪੂਰੇ ਦਿਨ ਦੀ ਜਿਹੜੀ ਮੀਲਸ ਵਗੈਰਾ ਲੈਣ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਬ੍ਰਸ਼ ਕਰਦੇ ਹੋ, ਮਾਰਨਿੰਗ ਤੁਸੀਂ ਕੁੱਲਾ ਕਰਕੇ ਆਪਣਾ ਨਾਸ਼ਤਾ ਵਗੈਰਾ ਲੈ ਲਓ, ਚਾय ਪਾਣੀ ਕੁਝ ਵੀ ਲੈ ਲਓ ਆਪਣਾ, ਉਸ ਤੋਂ ਬਾਅਦ ਆਪਣਾ ਤੁਸੀਂ ਮੀਲ ਲੈ ਲਈ ਤੇ ਉਸ ਤੋਂ ਬਾਅਦ ਤੁਸੀਂ ਬ੍ਰਸ਼ ਕਰੋ ਘਰੋਂ ਨਿਕਲਣ ਤੋਂ ਪਹਿਲਾਂ ਜੀ। ਠੀਕ ਹੈ। ਔਰ 3rd ਟਾਈਮ ਵਾਲਾ ਬ੍ਰਸ਼ ਇਜ਼ ਯੂਜ਼ਲੈਸ, ਉਹਦਾ ਕੋਈ ਫਾਇਦਾ ਨਹੀਂ, ਉਹ ਤੁਸੀਂ ਬੇਵਜ੍ਹਾ ਆਪਣੇ ਦੰਦ ਘਸਾ ਹੀ ਰਹੇ ਹੋ। ਸਾਰੇ ਜਿਹੜਾ ਪ੍ਰੋਟੋਕੋਲ ਹੈ ਉਹ ਨਾਈਟ ਬ੍ਰਸ਼ਿੰਗ, ਠੀਕ ਹੈ, ਬਿਫੋਰ ਸਲੀਪਿੰਗ, ਐਂਡ ਜੇ ਤੁਸੀਂ ਮਾਰਨਿੰਗ ਉੱਠਦੇ ਹੋ ਤਾਂ ਤੁਸੀਂ ਆਪਣਾ ਕੁੱਲਾ ਵਗੈਰਾ ਕਰਕੇ ਆਪਣਾ ਖਾਣਾ ਖਾ ਕੇ ਉਸ ਤੋਂ ਬਾਅਦ ਬ੍ਰਸ਼ ਕਰੋ ਜੀ, ਤਾਂ ਕਿ ਪੂਰਾ ਦਿਨ ਤੁਹਾਡੀ ਦੰਦ ਫਰੈਸ਼ ਰਹਿਣ। ਤੇ ਬ੍ਰਸ਼ ਕਰਨ ਦਾ ਵੀ ਠੀਕ ਤਰੀਕਾ ਪਤਾ ਹੋਣਾ ਚਾਹੀਦਾ। ਅਸੀਂ ਤਾਂ ਜਲਦੀ ਦੇ ਵਿੱਚ ਕਰਦੇ ਹਾਂ, ਤੇ ਬੱਚਿਆਂ ਦੀ ਤੇ ਗੱਲ ਕਰੀਏ ਤਾਂ ਬੱਚੇ ਤਾਂ ਬਿਲਕੁਲ ਹੀ ਕੇਅਰਲੈਸ ਹੋ ਕੇ ਕਈ ਵਾਰੀ ਜਲਦੀ ਕਰਦੇ ਨੇ, ਪਰ ਪੇਰੈਂਟਸ ਇਹ ਆਪ ਸਿੱਖਣਗੇ ਤਾਂ ਹੀ ਉਹ ਬੱਚਿਆਂ ਨੂੰ ਸਿਖਾ ਸਕਦੇ ਜੀ। ਬਿਲਕੁਲ। ਬ੍ਰਸ਼ਿੰਗ ਤਾਂ ਬੇਸਿਕਲੀ ਕੀ ਹੁੰਦਾ ਹੈ, ਲੋਕ ਇਦਾਂ ਪ੍ਰੋਪਰ ਘਸਾਉਂਦੇ ਨੇ, ਇਹਦੇ ਨਾਲ ਕੁਝ ਨਹੀਂ ਹੋ ਰਿਹਾ, ਇਹਦੇ ਨਾਲ ਸਾਡੇ ਮਸੂੜੇ ਵੀ ਕੱਸ ਰਹੇ ਤੇ ਸਾਡੇ ਜਿਹੜੇ ਦੰਦਾਂ ਦਾ ਨੈਕ ਪਾਰਟ ਹੁੰਦਾ ਜਿਹੜਾ ਮਸੂੜਿਆਂ ਦੇ ਨਾਲ ਅਟੈਚ ਹੁੰਦਾ ਉਹ ਵੀ ਕੱਸ ਰਿਹਾ। ਕੋਸ਼ਿਸ਼ ਕਰੋ ਰਾਉਂਡ ਮੂਵਮੈਂਟਸ ਕਰੋ, ਈਜ਼ੀ ਹੈ, ਮਤਲਬ ਲਾਈਕ ਉਹ ਇੱਕ ਬੱਚਾ ਵੀ ਸਿੱਖ ਸਕਦਾ ਹੈ ਔਰ ਇੱਕ ਅਡਲਟ ਵੀ ਸਿੱਖ ਸਕਦਾ ਹੈ ਕਿ ਉਹ ਰਾਉਂਡ ਮੂਵਮੈਂਟਸ ਦੇ ਵਿੱਚ ਹੀ ਬ੍ਰਸ਼ ਕਰਨ ਜੀ। ਤੇ ਰਾਉਂਡ ਮੂਵਮੈਂਟ ਦੇ ਵਿੱਚ ਬ੍ਰਸ਼ ਕਰਨਾ ਜ਼ਰੂਰੀ ਹੈ। ਜ਼ਰੂਰੀ ਨਹੀਂ ਕਿ ਅਸੀਂ ਜਲਦਬਾਜ਼ੀ ਦੇ ਵਿੱਚ ਕਰੀਏ, ਕਿਉਂਕਿ ਜੇ ਜਲਦਬਾਜ਼ੀ ਦੇ ਵਿੱਚ ਅਸੀਂ ਬ੍ਰਸ਼ਿੰਗ ਕਰਦੇ ਹਾਂ ਤਾਂ ਇਹਦਾ ਨੁਕਸਾਨ ਸਾਡੇ ਹੀ ਦੰਦਾਂ ਨੂੰ ਹੁੰਦਾ ਹੈ। ਤੇ ਕਈ ਵਾਰ ਅਸੀਂ ਦੇਖਿਆ ਬੱਚਿਆਂ ਦੀ ਭਾਵੇਂ ਵੱਡਿਆਂ ਦੀ ਗੱਲ ਕਰੀਏ, ਦੰਦ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਆ। ਇਹ ਪੀਲੇ ਪੈਣ ਦਾ ਕਾਰਨ ਇਹੀ ਹੁੰਦਾ ਹੈ ਕਿ ਅਸੀਂ ਬ੍ਰਸ਼ਿੰਗ ਠੀਕ ਨਹੀਂ ਕਰਦੇ। ਦੇਖੋ ਬ੍ਰਸ਼ਿੰਗ ਨਾ ਠੀਕ ਹੋਣ ਨਾਲ ਨੈਚੁਰਲ ਜਿਹੜੀ ਪਲਾਕ ਲੇਅਰ ਹੈ ਉਹ ਜੰਮਣੀ ਸ਼ੁਰੂ ਹੋ ਜਾਂਦੀ ਹੈ, ਤੇ ਉਹ ਤਾਂ ਇੱਕ ਰੀਜ਼ਨ ਹੈ ਹੀ ਹੈ। ਪਲੱਸ ਡਾਈਟ ਬਹੁਤ ਮੈਟਰ ਕਰਦੀ ਹੈ ਕਿ ਤੁਹਾਡੀ ਕੈਲਸ਼ੀਅਮ ਡਾਈਟ, ਤੁਹਾਡਾ ਪ੍ਰੋਪਰ ਗ੍ਰੀਨ ਵੈਜੀਟੇਬਲ ਡਾਈਟ ਜਾਂ ਤੁਹਾਡੇ ਪ੍ਰੋਪਰ ਕਲਰਫੁਲ ਫੂਡ ਜਿਹੜੇ ਹੈਗੇ ਨੇ ਉਹ ਤੁਸੀਂ ਉਹ ਇਨਟੇਕ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਨੈਚੁਰਲੀ ਕਈ ਪੇਸ਼ੈਂਟਸ ਹੁੰਦੇ ਨੇ ਫਾਸਟ ਫੂਡ ਵੱਲ ਬਹੁਤ ਜ਼ਿਆਦਾ, ਬੱਚਿਆਂ ਦਾ ਖਾਸ ਕਰਕੇ, ਅਡਲਟਸ। ਔਰ ਇੱਕ ਹੋਰ ਫੈਕਟਰ ਵੀ ਹੁੰਦਾ ਕਿ ਤੁਸੀਂ ਕਿਹੜੇ ਏਰੀਆ 'ਚ ਰਹਿੰਦੇ ਹੋ, ਉੱਧਰ ਦਾ ਪਾਣੀ ਕਿੱਦਾਂ ਦਾ ਹੈ, ਫਲੋਰਾਈਡ ਬੇਸਡ ਵਾਟਰ ਹੈ ਜਾਂ ਹੋਰ ਕਈ ਕੈਮੀਕਲਸ ਆ ਜਿਹੜੇ ਤੁਹਾਡੇ ਪਾਣੀ ਦੇ ਵਿੱਚ ਹੈਗੇ ਨੇ ਲੇਕਿਨ ਤੁਹਾਡੇ ਦੰਦਾਂ ਨੂੰ ਅਫੈਕਟ ਕਰਦੇ ਨੇ, ਉਹਨਾਂ ਦੀ ਗਰੋਥ ਨੂੰ ਵੀ ਅਫੈਕਟ ਕਰਦੇ ਆ। ਉਹ ਜਦੋਂ ਗਰੋਥ ਪੀਰੀਅਡ 'ਚ ਹੁੰਦੇ ਬੱਚਿਆਂ ਦੇ ਦੰਦ ਉਹਦੇ ਉੱਤੇ ਜੰਮ ਜਾਂਦੇ ਆ, ਵਿੱਚ ਲੇਅਰ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਦੰਦ ਜਿਹੜੇ ਪੀਲੇ ਹੀ ਨਜ਼ਰ ਆਉਂਦੇ। ਵੱਡਿਆਂ ਦੇ ਵਿੱਚ ਵੀ ਇਹੀ ਕਾਰਨ ਨੇ, ਡਿਪੈਂਡ ਕਰਦਾ, ਉਹਨਾਂ ਦਾ ਵੀ ਡਿਪੈਂਡ ਕਰਦਾ ਕਿਹੜੇ ਏਰੀਆ 'ਚ ਰਹਿੰਦੇ ਨੇ ਜਾਂ ਫਿਰ ਉਹਨਾਂ ਦਾ ਖਾਣ ਪਾਣ ਕੀ ਹੈ, ਦੋਨੋਂ ਚੀਜ਼ਾਂ ਮੈਟਰ ਕਰਦੀਆਂ ਜੀ। ਤੇ ਜੇ ਦੰਦ ਪੀਲੇ ਹੋ ਜਾਣ ਤੇ ਡੈਂਟਿਸਟ ਵੱਲੋਂ ਰეკਮੈਂਡ ਕੀਤਾ ਜਾਂਦਾ ਕਿ ਇਹਦੀ ਕਲੀਨਿੰਗ ਕਰਾਓ, ਪਰ ਆਮ ਤੌਰ ਤੇ ਇੱਕ ਮਿਥ ਹੈ, ਇਹ ਦਿਮਾਗ ਦੇ ਵਿੱਚ ਗੱਲ ਬੈਠੀ ਹੋਈ ਹੈ ਕਿ ਜੇ ਅਸੀਂ ਕਲੀਨਿੰਗ ਕਰਾਉਂਦੇ ਹਾਂ ਤਾਂ ਦੰਦ ਘਿਸ ਜਾਂਦੇ ਆ ਉਹਦੇ ਨਾਲ। ਕੀ ਇਹ ਸੱਚ ਹੈ? ਨਹੀਂ, ਉਹ ਤਾਂ ਬਿਲਕੁਲ ਗਲਤ ਹੈ। ਉਹ ਤਾਂ ਮੈਨੂੰ ਮੇਰੇ ਖਿਆਲ ਆਪਣੀ ਹੁਣ ਜਿੰਨੇ ਸਾਲ ਹੋ ਗਏ ਮੈਨੂੰ ਪ੍ਰੈਕਟਿਸ ਕਰਦੇ ਹੋਏ, ਇੰਨੇ ਹੀ ਸਾਲ ਮੈਨੂੰ ਹੋ ਗਏ ਸਮਝਾਉਂਦੇ ਹੋਏ ਕਿ ਨਹੀਂ, ਇਟਸ ਅ ਕੰਪਲੀਟ ਅ ਮਿਥ।
ਈਵਨ ਸਾਨੂੰ ਖੁਦ ਵੀ ਲੋੜ ਪੈਂਦੀ ਹੈ, ਅਸੀਂ ਵੀ ਉਸੇ ਐਟਮੋਸਫੇਅਰ ਦੇ ਵਿੱਚ ਹੀ ਹਾਂ, ਸਾਨੂੰ ਵੀ ਆਪਣੇ ਦੰਦਾਂ ਦੀ ਸਫਾਈ ਦੀ ਲੋੜ ਪੈਂਦੀ ਹੈ। ਤਾਂ ਇਟਸ ਬਿਲਕੁਲ ਸੇਫ ਹੈ। ਇਹਦੇ ਨਾਲ ਰਾਦਾ ਜਿੰਨਾ ਤੁਸੀਂ ਡਿਲੇ ਕਰਦੇ ਹੋ ਉਨੇ ਜ਼ਿਆਦਾ ਤੁਹਾਡਾ ਕਰੇੜਾ ਜੰਮ ਜਾਂਦਾ ਹੈ, ਕਰੇੜਾ ਤੁਹਾਡੀ ਹੱਡੀ ਤੱਕ ਪਹੁੰਚ ਜਾਂਦਾ ਹੈ, ਹੱਡੀ ਤੁਹਾਡੀ ਖੁਰਦੀ ਹੈ, ਤੇ ਫਿਰ ਤੁਸੀਂ ਸਫਾਈ ਕਰਾਉਂਦੇ ਹੋ ਤਾਂ ਨੈਚੁਰਲੀ ਉਹ ਪੇਸ਼ੈਂਟਸ ਨੂੰ ਲੱਗਦਾ ਹੁਣ ਤਾਂ ਮੇਰੇ ਦੰਦ ਹਿਲ ਗਏ, ਹੁਣ ਤਾਂ ਮੈਨੂੰ ਠੰਡਾ ਗਰਮ ਜ਼ਿਆਦਾ ਲੱਗ ਰਿਹਾ, ਮੇਰੇ ਗੈਪਸ ਆ ਗਏ। ਉਹ ਕਾਰਨ ਹੁੰਦਾ ਹੈ। ਕੱਲੀ ਸਫਾਈ ਕਰਾਉਣਾ, ਜਿੰਨਾ अर्ਲੀ ਸਟੇਜ ਸਫਾਈ ਕਰਾਓਗੇ ਉਹਨਾਂ ਫਾਇਦੇ ਚ ਰਹੋਗੇ ਜੀ। ਤੇ ਇਹ ਬਹੁਤ ਜ਼ਰੂਰੀ ਹੈ ਕਿ ਦੰਦਾਂ ਨੂੰ ਸਾਫ਼ ਰੱਖੀਏ ਤਾਂ ਹੀ ਅਸੀਂ ਸਿਹਤਮੰਦ ਰਵਾਂਗੇ। ਗੱਲਬਾਤ ਇਸ ਤਰ੍ਹਾਂ ਕਰਦੇ ਰਵਾਂਗੇ। ਪ੍ਰੋਗਰਾਮ ਦੇ ਵਿੱਚ ਲੈਣੇ ਇੱਕ ਛੋਟਾ ਜਿਹਾ ਬ੍ਰੇਕ। Condola Travels. Book your flight tickets online. Fast and easy way to book your domestic and international flight tickets. Friendly customer support. Travel in budget and style. Condola Travels. Call 209-800-8808. Website www.condolatravels.com. ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਆਰੋਗ ਜੀਵਨ ਤੇ ਡਾਕਟਰ ਮੀਨਲ ਅੱਜ ਸਟੂਡੀਓ ਦੇ ਵਿੱਚ ਸਾਡੇ ਨਾਲ ਨੇ ਤੇ ਅਸੀਂ ਗੱਲ ਕਰ ਰਹੇ ਹਾਂ ਕਿ ਦੰਦਾਂ ਦੀ ਸੰਭਾਲ ਕਿਸ ਤਰ੍ਹਾਂ ਕਰੀਏ। ਤੇ ਕੈਵਿਟੀਜ਼ ਦੀ ਜੇ ਮੈਂ ਇੱਥੇ ਗੱਲ ਕਰਾਂ ਤੇ ਕੈਵਿਟੀਜ਼ ਹੋ ਗਈਆਂ ਪਰ ਅਸੀਂ ਧਿਆਨ ਨਹੀਂ ਦੇ ਰਹੇ, ਅਸੀਂ ਇਗਨੋਰ ਕਰ ਰਹੇ ਹਾਂ, ਤੇ ਇਹਦਾ ਕੀ ਨਤੀਜਾ ਨਿਕਲ ਸਕਦਾ ਹੈ? देखो कैविटीज़ फिर वही चीज़ है, कैविटी होंदी क्यों है? नैचुरली खान पान है, टूथ का स्ट्रक्चर किदां दा है, तुसी ब्रशिंग टेक्निक की फॉलो कर रहे हो, ठीक है। उस तो बाद भी अगर तुहाडे कैविटीज़ हो गई है तो तुसी जदों उन्नू इग्नोर करदे हो, वो अगों दी अगों प्रोग्रेस करदी है तो नैचुरली फिर दंद दा जिहड़ा स्ट्रक्चर है होर ज़्यादा खराब हो जाता है। दंद दी जिहड़ी उपरलियां वॉल्स जिहड़ियां चारों वॉल्स दा उन्हां दियां वॉल्स धीरे धीरे ब्रिटल हो जाती है तो दंद खुरने शुरू हो जाते हैं। तो बैटर होंदा है कि जिन्ना अर्ली पॉसीबल है कि तुहानू पेनलैस ट्रीटमेंट मिलेगा, राइट। जे तुसी कैविटी नू फिल करा लेंदे हो टाइमली फिर ਉਹ ਤਾਂ ਤੁਹਾਡੀ ਅਰਾਊਂਡ ਈਅਰਸ ਐਂਡ ਈਅਰਸ ਚੱਲ ਜਾਂਦੀ ਹੈ। ਉਹਦੇ 'ਚ ਅਸੀਂ ਡੈਂਟਲ ਉਹਨਾਂ ਨੂੰ ਜਿੰਨਾ ਏਰੀਆ ਤੁਹਾਡਾ ਡੈਮੇਜ ਹੋਇਆ ਉਹਨਾਂ ਗ੍ਰਾਈਂਡ ਕਰਕੇ ਉਹਦੇ ਵਿੱਚ ਡੈਂਟਲ ਮਟੀਰੀਅਲ ਪਾ ਦਿੰਦੇ। ਉਹ ਡੈਂਟਲ ਮਟੀਰੀਅਲ ਦੀ ਲਾਈਫ ਅੱਛੀ ਹੁੰਦੀ ਹੈ ਔਰ ਉਹਨਾਂ ਦੀ ਅਰਾਊਂਡ 10-10 12-12 ਸਾਲ ਕਿਧਰ ਨਹੀਂ ਜਾਂਦੇ, ਲਾਈਕ ਮੇ ਬੀ ਮੋਰ, ਰਾਈਟ। ਔਰ ਜੇ ਤੁਸੀਂ ਉਹਨੂੰ ਅਵੋਇਡ ਕਰਦੇ ਹੋ ਉਹ ਤੁਹਾਡੇ ਦੰਦਾਂ ਦੀ ਨਸਾਂ ਤੱਕ ਪਹੁੰਚ ਜਾਂਦੀ ਹੈ, ਫਿਰ ਪੇਨ ਹੁੰਦੀ ਹੈ, ਫਿਰ ਤੁਸੀਂ ਰੂਟ ਕੈਨਾਲ ਕਰਾਉਂਦੇ ਹੋ, ਫਿਰ ਜਿੰਨਾ ਵੀ ਤੁਹਾਡਾ ਦੰਦ ਦਾ ਸਟਰਕਚਰ ਖਰਾਬ ਹੋ ਜਾਂਦਾ ਉਹਨੂੰ ਅਸੀਂ ਕੈਪਿੰਗ ਦੇ ਨਾਲ ਰਿਕਵਰ ਕਰੀਦਾ। ਦੈਨ ਇਟਸ ਅ ਲੌਂਗ ਟ੍ਰੀਟਮੈਂਟ, ਸਿਟਿੰਗਸ ਵੀ ਹੁੰਦੀਆਂ। ਦੈਨ ਅਗੇਨ ਅਗਰ ਤੁਸੀਂ ਉਸ ਸਟੇਜ 'ਤੇ ਵੀ ਨਹੀਂ ਕਰਾਉਂਦੇ ਹੋ ਦੈਨ ਕੰਪਲੀਟਲੀ ਉੱਪਰਲਾ ਸਟਰਕਚਰ ਡੈਮੇਜ ਹੋ ਜਾਂਦਾ ਹੈ, ਕੱਲੀਆਂ ਰੂਟਸ ਅੰਦਰ ਰਹਿ ਜਾਂਦੀਆਂ। ਫਿਰ ਉਹ ਰੂਟਸ ਨਿਕਾਲ ਕੇ ਫਿਰ ਅਸੀਂ ਪੇਸ਼ੈਂਟਸ ਨੂੰ ਡੈਂਟਲ ਇੰਪਲਾਂਟ ਐਡਵਾਈਸ ਕਰੀਦਾ। ਐਂਡ ਬੇਸਿਕਲੀ ਡੈਂਟਲ ਇੰਪਲਾਂਟਸ ਅਡਲਟ ਪੇਸ਼ੈਂਟਸ ਦੇ ਵਿੱਚ ਹੀ ਹੁੰਦਾ, ਅਰਾਊਂਡ 18+। ਬਿਲੋ ਦੈਟ ਡੈਂਟਲ ਇੰਪਲਾਂਟਸ ਅਸੀਂ ਐਡਵਾਈਸ ਨਹੀਂ ਕਰੀਦੇ ਬਿਕੋਜ਼ ਉਸ ਟਾਈਮ ਤੱਕ ਹਾਲੇ ਪੇਸ਼ੈਂਟਸ ਦੀ ਜਿਹੜੀ ਸਕੈਲੇਟਲ ਗਰੋਥ ਹੋ ਰਹੀ ਹੁੰਦੀ ਹੈ। ਤੇ ਇੱਕ ਵਾਰੀ ਉਹਨਾਂ ਦੀ ਜਦੋਂ ਸਕੈਲੇਟਲ ਗਰੋਥ ਕੰਪਲੀਟ ਹੋ ਗਈ ਤਾਂ ਹੀ ਡੈਂਟਲ ਇੰਪਲਾਂਟਸ ਉਹਨਾਂ ਨੂੰ ਐਡਵਾਈਸ ਕਰੀਦੇ। ਜੀ ਬਿਲਕੁਲ ਠੀਕ ਗੱਲ ਤੁਸੀਂ ਕਹੀ। ਤੇ ਇੱਕ ਪ੍ਰੋਬਲਮ ਜਿਹੜੀ ਆਉਂਦੀ ਹੈ ਦੰਦਾਂ ਦੇ ਨਾਲ, ਸਾਰਿਆਂ ਨਾਲ ਆਉਂਦੀ ਹੈ, ਉਹ ਹੈ ਕਿ ਦੰਦ ਦੇ ਵਿੱਚ ਕੁਝ ਖਾਓ ਤੇ ਫਸ ਜਾਂਦਾ ਹੈ ਨਾ। ਇਹ ਵੀ ਕੈਵਿਟੀਜ਼ ਕਰਕੇ ਹੁੰਦਾ ਹੈ ਕਿ ਇਹਦਾ ਕੋਈ ਹੋਰ ਕਾਰਨ ਹੈ? ਤੇ ਇਹਦੇ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਆਮ ਤੌਰ ਤੇ ਕੀ ਹੁੰਦਾ ਹੈ, ਪਿੰਨ ਮਾਰ ਲੈਂਦੇ ਆ ਅਸੀਂ ਜਾਂ ਟੁੱਥਪਿਕ ਜਾਂ ਮਤਲਬ ਕੋਸ਼ਿਸ਼ ਇਰੀਟੇਟ ਕਰਦਾ ਹੈ ਤਾਂ ਕੋਸ਼ਿਸ਼ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੰਦ ਚੋਂ ਕੱਢਣਾ ਹੈ। ਹਾਂ ਬਿਲਕੁਲ, ਨੈਚੁਰਲੀ ਜਿਹੜਾ ਸਾਡੇ ਦੋ ਦੰਦਾਂ ਦਾ ਜਿਹੜਾ ਕੰਟੈਕਟ ਹੁੰਦਾ ਹੈ ਨਾ ਉਹਦੇ ਵਿੱਚ ਜਦੋਂ ਡਿਕੇ ਹੋਣਾ ਸ਼ੁਰੂ ਹੁੰਦਾ ਹੈ ਉਹ ਵੀ ਨੈਚੁਰਲੀ ਜਦੋਂ ਅਸੀਂ ਬ੍ਰਸ਼ ਤਾਂ ਕਰ ਰਹੇ ਹਾਂ ਬਟ ਫਲੋਸਿੰਗ ਇੱਕ ਬਹੁਤ ਅੱਛਾ ਟੂਲ ਹੈ। ਅਗਰ ਉਹ ਨਾਰਮਲੀ ਪੇਸ਼ੈਂਟਸ ਉਹਨੂੰ ਫੋਲੋ ਕਰਨ ਤੇ ਉਹਦੇ ਨਾਲ ਉਹਨਾਂ ਦੇ ਦੋ ਦੰਦਾਂ ਦੇ ਵਿੱਚ ਜਿਹੜਾ ਜੁਆਇੰਟ ਹੈ ਜਿੱਥੇ ਦੋ ਦੰਦ ਆਪਸ 'ਚ ਜੁੜ ਰਹੇ ਨੇ ਉੱਥੇ ਕੀੜੇ ਲੱਗਣ ਦੀ ਚਾਂਸਸ, ਫੂਡ ਲੌਜਮੈਂਟ ਦੀ ਚਾਂਸਸ ਬਿਲਕੁਲ ਨੀਲ ਹੋ ਜਾਂਦੀ ਹੈ। ਕਲੀਨ ਰਹਿੰਦਾ ਉਹ ਏਰੀਆ, ਫਿਰ ਉੱਥੇ ਕੀੜਾ ਲੱਗਣ ਦੇ ਚਾਂਸਸ ਵੀ ਬਿਲਕੁਲ ਆਲਮੋਸਟ ਨੀਲ ਹੋ ਜਾਂਦੇ ਹਨ। ਬਟ ਅਗਰ ਹੁਣ ਕੀੜਾ ਲੱਗ ਵੀ ਗਿਆ ਤੇ ਸਪੇਸਿਸ ਬਣ ਗਈਆਂ, ਨੈਚੁਰਲੀ ਉਹਨੂੰ ਜਾ ਕੇ ਪਹਿਲੇ ਤਾਂ ਚੈੱਕ ਕਰਾਓ ਕਿ ਕਿਉਂ ਮੇਰੇ ਇੱਧਰ ਖਾਣਾ ਫਸ ਰਿਹਾ। ਕਈ ਵਾਰ ਹੱਡੀ ਵੀ ਥੱਲੇ ਆ ਜਾਂਦੀ ਹੈ, ਕਈਆਂ ਦੇ ਕੇਸਿਸ ਵਿੱਚ ਹੱਡੀ ਖੁਰ ਜਾਂਦੀ ਹੈ, ਉਹਦੇ ਕਰਕੇ ਵੀ ਸਪੇਸਿਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਜਾਂ ਕਈਆਂ ਦੇ ਵਿੱਚ ਸਿਰਫ ਕੀੜਾ ਹੀ ਲੱਗਾ ਹੈ ਦੋ ਦੰਦਾਂ ਦੇ ਵਿਚਕਾਰ, ਉਹਦੇ ਕਰਕੇ ਵੀ ਸਪੇਸ ਆਉਂਦੀ ਹੈ। ਔਰ ਬਾਕੀ ਜਦੋਂ ਤੁਹਾਡੇ ਮਿਸਿੰਗ ਦੰਦ ਹੁੰਦੇ ਮੂੰਹ ਦੇ ਵਿੱਚ, ਰਾਈਟ, ਜੇ ਸਪੋਜ਼ ਤੁਹਾਡੀ ਇੱਕ ਦਾੜ ਮਿਸ ਹੈ ਤੇ ਉਹ ਨੈਚੁਰਲੀ ਜਿਹੜੇ ਬਾਕੀ ਦੰਦ ਨੇ ਉਹ ਖਾਲੀ ਜਗ੍ਹਾ ਵੱਲ ਨੂੰ ਮੂਵ ਹੁੰਦੇ ਨੇ ਤੇ ਕੀ ਹੁੰਦਾ ਕਿ ਜਿਹੜੇ ਸਾਡੇ ਬਾਕੀ ਨੈਚੁਰਲ ਆਪਣੇ ਹੋਰ ਦੰਦ ਪਏ ਨੇ ਉਹਨਾਂ ਦੇ ਵਿੱਚ ਸਪੇਸਿਸ ਆਉਣੀਆਂ ਸ਼ੁਰੂ ਹੋ ਜਾਂਦੀਆਂ। ਦੰਦ ਟੇਢੇ ਮੇਢੇ ਹੋ ਜਾਂਦੇ ਨੇ, ਫਿਰ ਉੱਪਰਲੇ ਦੰਦ ਥੱਲੇ, ਜੇ ਥੱਲੜਾ ਦੰਦ ਨਹੀਂ ਹੈ, ਜੇ ਉੱਪਰਲਾ ਦੰਦ ਨਹੀਂ ਹੈ ਤੇ ਥੱਲੇ ਦੰਦ ਉੱਪਰ ਨੂੰ ਜਾਣੇ ਸ਼ੁਰੂ ਹੁੰਦੇ, ਫਿਰ ਦੰਦ ਉੱਪਰ ਨੀਚੇ ਹੁੰਦੇ ਤਾਂ ਉਹਦੇ ਕਰਕੇ ਵੀ ਸਪੇਸਿਸ ਕ੍ਰੀਏਟ ਹੋ ਜਾਂਦੀ ਹੈ। ਹਾਂ, ਤੇ ਐਕਚੁਅਲੀ ਇਹਦਾ ਹਰ ਇੱਕ ਜੋ ਵੀ ਇਹਦਾ ਕਲੀਨਿਕਲ ਚੈੱਕਅਪ ਤੋਂ ਬਾਅਦ ਹੀ ਡਿਸਾਈਡ ਹੁੰਦਾ ਕਿ ਹੁਣ ਐਕਚੁਅਲ ਟ੍ਰੀਟਮੈਂਟ ਪੇਸ਼ੈਂਟ ਨੂੰ ਕੀ ਚਾਹੀਦਾ।
ਕੀ ਚਾਹੀਦਾ ਤੇ ਜੇ ਫਸ ਰਿਹਾ ਕੁਝ ਦੰਦ ਜਿਸ ਥਾਂ ਤੇ ਕੁਝ ਫਸਦਾ ਹੈ ਉੱਥੇ ਫਿਲਿੰਗ ਕੀਤੀ ਜਾਂਦੀ ਹੈ ਕਿ ਉਹਨੂੰ ਕਿੱਦਾਂ ਠੀਕ ਕੀਤਾ ਜਾਂਦਾ? ਹਾਂ ਬਿਲਕੁਲ, ਅਗਰ ਉਹ ਉਹੀ ਅਗਰ ਉਹ ਫਿਲਿੰਗ ਹੋ ਸਕਦੀ ਹੈ ਉਹਨਾਂ ਨੂੰ ਨਾਰਮਲ ਫਿਲਿੰਗ ਡੈਂਟਲ ਮਟੀਰੀਅਲਸ ਦੇ ਨਾਲ ਵੀ ਉਹਨਾਂ ਨੂੰ ਜਗ੍ਹਾ ਨੂੰ ਭਰ ਦਿੰਦੇ ਆ। अगर वो गैप ज़्यादा है फिर मे बी कैपिंग की रिक्वायरमेंट है जी। और अगर कैपिंग नाल भी कई बार स्पेसिस क्रिएट हो जाती हैं, कई बार पेशेंट की अपनी ही क्लीनिंग कैपिंग करने तो बाद भी पेशेंट क्लीनिंग मेनटेन नहीं करता, ठीक है, तो ਉਹਦੇ ਨਾਲ ਵੀ ਸਪੇਸਿਸ ਰੀਕ੍ਰੀਏਟ ਵੀ ਹੋ ਸਕਦੀਆਂ। ਜੀ ਬਿਲਕੁਲ। ਤੇ ਟੁੱਥਪੇਸਟ ਕਿਹੜਾ ਇਸਤੇਮਾਲ ਕਰੀਏ ਇਹਦੇ ਬਾਰੇ ਵੀ ਬੜੀ ਨਾ ਉਹ ਚੱਲਦੀ ਰਹਿੰਦੀ ਹੈ ਦਿਮਾਗ ਦੇ ਵਿੱਚ, ਅਸੀਂ ਸੋਚਦੇ ਰਹਿੰਦੇ ਆ ਕਿਉਂਕਿ ਬੜੇ ਸਾਰੇ ਪ੍ਰੋਡਕਟ ਮੀਡੀਆ ਦੇ ਵਿੱਚ ਸਾਨੂੰ ਦਿਖਾਏ ਜਾਂਦੇ ਨੇ। ਕਦੀ ਟੁੱਥਪੇਸਟ ਦੇ ਨਮਕ ਦੱਸਿਆ ਜਾਂਦਾ ਹੈ, ਕੋਈ ਕੋਇਲਾ ਦੱਸਿਆ ਜਾਂਦਾ ਹੈ, ਲੌਂਗ ਇਲਾਇਚੀ ਬਹੁਤ ਕੁਝ ਦੱਸਿਆ ਜਾਂਦਾ ਹੈ, ਤੇ ਉਹਦੀ ਸਿਲੈਕਸ਼ਨ ਅਸੀਂ ਕਿੱਦਾਂ ਕਰੀਏ? देखो वो डिपेंड करता है कि थोड़े दंदां दे विच सेंसिटिविटी है कि नहीं है। अगर सेंसिटिविटी है तो नोवामाइन बेस्ड आंदी है टूथपेस्ट या सोडियम नाइट्रेट बेस्ड आंदी है टूथपेस्ट या जिहड़ियां भी होर मेडिकेटेड पेस्ट आंदी हैं, फिर असी पेशेंट्स नूं वो एडवाइस करीदी है, ठीक है। और अगर पेशेंट नॉर्मल है, ठीक है, कोई बहुत ज़्यादा ठंडा गर्म नहीं है, तो वो रूटीन अपनी जो भी अपना प्रोडक्ट यूज़ कर रहे हैं वो कर सकते हैं। बाकी नो डाउट नमक और जिहड़े लौंग है ਇਹ ਆਯੁਰਵੈਦਿਕ ਪ੍ਰੋਡਕਟਸ ਹੈ, ਇਹ ਹੋਮ ਪ੍ਰੋਡਕਟਸ ਹੈ, ਇਹਨਾਂ ਨਾਲ ਥੋੜਾ ਬਹੁਤ ਫਰਕ ਜ਼ਰੂਰ ਪੈਂਦਾ ਹੈ। ਨਮਕ ਇੱਕ ਮਤਲਬ ਆਪਣੇ ਆਪ 'ਚ ਹੀ ਡਿਸਇਨਫੈਕਟੈਂਟ ਹੈ। ਅਗਰ ਅਸੀਂ ਮਸੂੜਿਆਂ ਉੱਤੇ ਉਹਨਾਂ ਨੂੰ ਨਮਕ ਰਬ ਕਰਦੇ ਹਾਂ, ਡਾਇਰੈਕਟ ਨਹੀਂ ਕਰਨਾ, ਠੀਕ ਹੈ, ਉਹਨੂੰ ਵੀ ਕਿਸੇ ਲੁਬਰੀਕੈਂਟ ਜਾਂ ਕਿਸੇ ਆਇਲ ਦੇ ਵਿੱਚ ਮਿਕਸ ਕਰਕੇ ਤੁਸੀਂ ਨਮਕ ਆਪਣਾ ਰਬ ਕਰਨਾ, ਸੋ ਦੈਟ ਨਹੀਂ ਤਾਂ ਤੁਹਾਡੇ ਜਿਹੜੇ ਦੰਦ ਉਹ ਕੱਸਣੇ ਸ਼ੁਰੂ ਹੋ ਜਾਂਦੇ ਹੈ। ਉਹ ਐਬਰੇਸਿਵ ਹੈ ਇੱਕ ਤਰ੍ਹਾਂ ਦਾ, ਤੇ ਉਹ ਤੁਹਾਡੇ ਦੰਦਾਂ ਦੀ ਅਪਰ ਲੇਅਰ ਨੂੰ ਘਸਾਣਾ ਸ਼ੁਰੂ ਕਰ ਦਿੰਦਾ ਹੈ, ਠੀਕ ਹੈ। ਔਰ ਇਹ ਸਭ ਚੀਜ਼ਾਂ ਦੰਦਾਂ ਦੇ ਲਈ ਮਸੂੜਿਆਂ ਲਈ ਬਣੀਆਂ, ਮਸੂੜਿਆਂ ਦੀ ਜਿਹੜੀ ਹੈਲਥ ਹੈ ਉਹਨੂੰ ਮੇਨਟੇਨ ਕਰਨ ਲਈ ਬਣੀਆਂ। ਜੀ ਬਿਲਕੁਲ ਠੀਕ ਹੈ। ਤੇ ਅੱਜ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਦਾਤਨ ਕਰਦੇ ਨੇ ਨਾ, ਦਾਤਨ, ਦੰਦਾਸਾ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ। ਕਿ ਐਜ਼ ਅ ਡੈਂਟਿਸਟ ਤੁਸੀਂ ਕੀ ਰეკਮੈਂਡ ਕਰਦੇ ਹੋ ਕਿ ਸਿਰਫ ਦਾਤਨ ਜਾਂ ਦੰਦਾਸਾ ਇਹਨਾਂ ਚੀਜ਼ਾਂ ਨੂੰ ਯੂਜ਼ ਕਰਨਾ ਹੀ ਸਫੀਸ਼ੀਐਂਟ ਹੈ ਦੰਦਾਂ ਦੀ ਸਫਾਈ ਲਈ? नहीं देखो ਹੁਣ ਤਾਂ जिस हिसाब ਨਾਲ जॉज है सब दे, ठीक है, इन्नी स्ट्रेंथ है नहीं कि वो बहुत दातुन ਨੂੰ बहुत देर तक ਚਬਾਣਗੇ, ਬਟ ਯੈਸ ਅਗਰ ਕਰਦੇ ਹੋ ਤੇ ਉਹ ਤੁਹਾਡੀ ਮਸਲ ਐਕਸਰਸਾਈਜ਼ ਹੈ। ਤੁਹਾਡੇ ਜਿਹੜੇ ਜॉ ਦੀਆਂ ਮਸਲਸ ਹੈ ਨਾ, ਉਹ ਦੰਦਾਂ ਜਿਹੜੇ ਦਾਤੁਨ ਹੈ ਉਹ ਤੁਹਾਡੇ ਐਕਸਰਸਾਈਜ਼ ਕਰਵਾ ਰਹੇ ਨੇ, ਠੀਕ ਹੈ। ਅਗਰ ਅਸੀਂ ਡੰਬਲਸ ਉਠਾਉਂਦੇ ਆ ਜਾਂ ਕੋਈ ਭਾਰ ਉਠਾਉਂਦੇ ਆ, ਜਾ ਕੇ ਮਸਲਸ ਬਣਾਉਂਦੇ ਆ, ਤੇ ਜਿਹੜਾ ਦਾਤੁਨ ਹੈ ਉਹ ਮਸੂੜਿਆਂ ਸਾਡੇ ਜਵਾੜੇ ਦੇ ਲਈ, ਸਾਡੇ ਮਸੂੜਿਆਂ ਦੀ ਤਾਕਤ ਨੂੰ ਵਧਾਉਣ ਦੇ ਲਈ ਇੱਕ ਤਰ੍ਹਾਂ ਦੀ ਐਕਸਰਸਾਈਜ਼ ਟੂਲ ਹੈ ਜੀ, ਰਾਈਟ। ਔਰ ਜਿਹੜਾ ਕਲੀਨਿੰਗ ਹੈ ਉਹ ਤੁਹਾਡੀ ਨੈਚੁਰਲੀ ਪੇਸਟ ਔਰ ਬ੍ਰਸ਼ ਨਾਲ ਹੀ ਹੋਣੀ ਹੈ। ਮਤਲਬ ਕਲੀਨਿੰਗ ਦਾ ਖਾਸ ਰੋਲ ਹੈ ਦੰਦਾਂ ਦੀ ਸੰਭਾਲ ਦੇ ਵਿੱਚ, ਹੈ ਨਾ। ਜੇ ਅਸੀਂ ਕਲੀਨਿੰਗ ਕਰਦੇ ਹਾਂ ਤਾਂ ਹੀ ਅਸੀਂ ਬਚ ਸਕਦੇ ਹਾਂ ਦੰਦਾਂ ਦੀ ਤਕਲੀਫਾਂ ਤੋਂ। ਇੱਥੇ ਮੈਂ ਹੁਣ ਗੱਲ ਕਰਾਂਗੀ ਪ੍ਰੈਗਨੈਂਟ ਲੇਡੀਜ਼ ਦੀ ਵੀ, ਕਿ ਜੇ ਪ੍ਰੈਗਨੈਂਸੀ ਦੇ ਵਿੱਚ ਦੰਦਾਂ ਦੇ ਵਿੱਚ ਕੋਈ ਪ੍ਰੋਬਲਮ ਆਂਦੀ ਹੈ ਤੇ ਫਿਰ ਉਹਦਾ ਟ੍ਰੀਟਮੈਂਟ ਉਹ ਕਿੱਦਾਂ ਲੈਣ? ਕਿਉਂਕਿ ਕਈ ਵਾਰੀ ਗਾਇਨਾਕੋਲੋਜਿਸਟ ਵੱਲੋਂ ਰეკਮੈਂਡ ਇਹ ਕੀਤਾ ਜਾਂਦਾ ਹੈ ਕਿ ਪ੍ਰੈਗਨੈਂਸੀ ਦੇ ਵਿੱਚ ਤੁਸੀਂ ਦੰਦਾਂ ਦਾ ਟ੍ਰੀਟਮੈਂਟ ਨਹੀਂ ਲੈ ਸਕਦੇ। ਜੀ ਨਹੀਂ ਐਕਚੁਅਲੀ ਡਿਪੈਂਡ ਕਰਦਾ ਕਿਹੜੇ ਟ੍ਰਾਈਮੈਸਟਰ 'ਚ ਹੈ, ਠੀਕ ਹੈ। ਅਗਰ ਫਰਸਟ ਟ੍ਰਾਈਮੈਸਟਰ 'ਚ ਹੈ ਉਹਦੇ 'ਚ ਅਗਰ ਅਸੀਂ ਰੂਟ ਕੈਨਾਲ ਜਾਂ ਕੋਈ ਟ੍ਰੀਟਮੈਂਟ ਕਰ ਦਈਦਾ, ਲੇਕਿਨ ਦੰਦ ਨੂੰ ਕੱਢੀਦਾ ਨਹੀਂ। ਜੇ ਸੈਕਿੰਡ ਟ੍ਰਾਈਮੈਸਟਰ 'ਚ ਹੈ ਅਰਾਊਂਡ 4, 5, 6 ਮੰਥਸ ਦੇ ਵਿੱਚ ਹੈ ਲੇਡੀ, ਫਿਰ ਉਸ ਟਾਈਮ 'ਤੇ ਅਸੀਂ ਉਹਨਾਂ ਦੇ ਟ੍ਰੀਟਮੈਂਟ ਕੋਈ ਵੀ ਤਰ੍ਹਾਂ ਦਾ ਟ੍ਰੀਟਮੈਂਟ ਕਰ ਸਕਦੇ ਹਾਂ। ਔਰ ਐਕਚੁਅਲੀ ਇਹਦੇ ਵਿੱਚ ਕੀ ਹੁੰਦਾ, ਐਂਟੀਬਾਇਓਟਿਕਸ ਵਗੈਰਾ ਦੇਣੇ ਪੈਂਦੇ ਆ। ਉਹ ਅਸੀਂ ਉਹਨਾਂ ਨੂੰ ਇਹੀ ਕਹਿੰਦੇ ਤੁਸੀਂ ਆਪਣੇ ਗਾਇਨੇਕੋਲੋਜਿਸਟ ਨੂੰ ਕੰਸਲਟ ਕਰਕੇ ਹੀ ਖਾਓ, ਬਟ ਅਦਰਵਾਈਜ਼ ਕਈ ਐਂਟੀਬਾਇਓਟਿਕਸ ਅਸੀਂ ਦੇ ਦਿੰਦੇ ਆ ਕਿਉਂਕਿ ਸ਼ੁਰੂ ਦੇ 3 ਮੰਥ ਤੱਕ ਬੈਰੀਅਰ ਨਹੀਂ ਬਣਿਆ ਹੁੰਦਾ, ਠੀਕ ਹੈ। ਔਰ ਜਿਹੜੇ ਬਾਕੀ 4, 5, 6 ਮੰਥਸ ਦੇ ਵਿੱਚ ਅਸੀਂ ਉਹਨਾਂ ਦੇ ਬੈਰੀਅਰ ਬਣ ਜਾਂਦਾ ਤੇ ਉਹਨਾਂ ਨੂੰ ਐਂਟੀਬਾਇਓਟਿਕਸ ਅਸੀਂ ਉਹਦੇ ਹਿਸਾਬ ਨਾਲ ਦੇ ਸਕਦੇ ਹਾਂ। ਅੰਡਰ ਗਾਇਨਿਕ ਕੰਸਲਟੇਸ਼ਨ ਜ਼ਰੂਰੀ ਹੈ, ਬਟ ਐਟਲੀਸਟ ਉਹ ਟ੍ਰੀਟਮੈਂਟ ਆਪਣਾ ਲੈ ਸਕਦੇ ਨੇ रूट कैनाल तक। दंद निकालना जिहड़ा हुंदा है या इंप्लांट जिहड़ा करना हुंदा है वो असी एक्चुअली की हो रहा हुंदा उस टाइम हार्मोनल चेंजेस भी हो रहे हुंदे फिर ਉਹਦੇ ਨਾਲ ਦੇ ਪੀਰੀਅਡ ਦੇਖੀਦਾ ਕਿ ਕਿਹੜੇ ਪੀਰੀਅਡ 'ਚ ਪ੍ਰੈਗਨੈਂਸੀ ਹੈ ਉਹਦੇ ਹਿਸਾਬ ਨਾਲ ਹੀ ਡਿਸਾਈਡ ਕਰੀਦਾ। ਫਿਰ ਜਿਹੜਾ ਲਾਸਟ ਟ੍ਰਾਈਮੈਸਟਰ ਹੁੰਦਾ ਉਹਦੇ 'ਚ ਵੀ ਦੰਦ ਨਿਕਾਲਣ ਨਾ ਅਵੋਇਡ ਕਰੀਦਾ ਕਿਉਂਕਿ ਉਹਦੇ 'ਚ ਵੀ ਫਿਰ ਜ਼ੋਰ ਪੈਂਦਾ ਹੈ ਜਾਂ ਕੋਈ ਵੀ ਫਿਰ ਕੰਪਲਿਕੇਸ਼ਨ ਆਉਣ ਦੇ ਚਾਂਸਸ ਹੁੰਦੇ। ਜੀ ਮਤਲਬ ਪ੍ਰੈਗਨੈਂਸੀ ਦੇ ਵਿੱਚ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੰਦ ਕੱਢਣ ਦੀ ਜਿਹੜੀ ਨੌਬਤ ਹੈ ਉਹ ਬਿਲਕੁਲ ਨਾ ਹੋਵੇ। ਬਿਲਕੁਲ ਜੀ। ਤੇ ਜੇ ਆਮ ਲੋਕਾਂ ਦੀ ਮੈਂ ਗੱਲ ਕਰਾਂ ਜਿੱਦਾਂ ਤੁਹਾਡੇ ਕੋਲ ਪੇਸ਼ੈਂਟ ਆਉਂਦੇ ਹੋਣਗੇ ਜਦੋਂ ਦੰਦ ਪੂਰਾ ਗਲ ਗਿਆ ਸੜ ਗਿਆ ਤੇ ਉਸ ਵੇਲੇ ਕੀ ਕੋਸ਼ਿਸ਼ ਕੀਤੀ ਜਾਂਦੀ ਕਿ ਇਸ ਦੰਦ ਨੂੰ ਬਚਾਇਆ ਜਾਏ ਜਾਂ ਇਸ ਦੰਦ ਨੂੰ ਕੱਢਣਾ ਹੀ ਬਿਹਤਰੀ ਹੈ?
ਨਹੀਂ ਦੇਖੋ ਹੁਣ ਇਸ ਇੱਧਰ ਫਿਰ ਉਹੀ ਆ ਜਾਏਗਾ ਕਿ ਪੇਸ਼ੈਂਟ ਦਾ ਇੱਕਦਮ ਦੰਦ ਦਾ ਉੱਪਰਲਾ ਸਟਰਕਚਰ ਬਿਲਕੁਲ ਫਿਨਿਸ਼ ਹੋ ਗਿਆ ਜੀ। ਹੁਣ ਸਿਰਫ ਰੂਟਸ ਹੈਗੀਆਂ ਸਾਡੇ ਕੋਲ, ਹੁਣ ਕੀ ਕਰ ਸਕਦੇ ਹਾਂ ਆਪਾਂ, ਉਹ ਰੂਟਸ ਕੱਢ ਕੇ ਅਸੀਂ ਇੰਪਲਾਂਟ ਹੀ ਪਾ ਸਕਦੇ ਹਾਂ, ਕੋਈ ਹੋਰ ਆਪਸ਼ਨ ਨਹੀਂ ਹੈ। ਠੀਕ ਹੈ, ਜਾਂ ਫਿਰ ਸਾਈਡਾਂ ਵਾਲੇ 2 ਦੰਦਾਂ ਦੀ ਸਪੋਰਟ ਲੈ ਕੇ ਉਹ ਵਾਲਾ ਦੰਦ ਕੱਢੀਏ, ਵੇਟਿੰਗ ਪੀਰੀਅਡ 'ਚ ਰੱਖੀਏ ਉਹਨੂੰ, 2-3 ਮਹੀਨੇ ਬਾਅਦ ਜਦੋਂ ਜ਼ਖਮ ਪੂਰਾ ਭਰ ਜਾਏਗਾ ਫਿਰ ਅਸੀਂ ਸਾਈਡਾਂ ਦੇ 2 ਦੰਦਾਂ ਦੀ ਸਪੋਰਟ ਲੈ ਕੇ ਫਿਰ ਉਧਰ ਬ੍ਰਿਜ ਦੇ ਦੇਈਦਾ। ਬ੍ਰਿਜ ਨਾਲੋਂ ਬੈਟਰ ਆਪਸ਼ਨ ਰਹਿੰਦੀ ਹੈ ਇੰਪਲਾਂਟ ਕਰਨਾ। ਜਿਸ ਦਿਨ ਅਸੀਂ ਸਰਜਰੀ ਕਰ ਰਹੇ ਹਾਂ ਦੰਦ ਕੱਢਣ ਦੀ, ਉਸੇ ਦਿਨ ਹੀ ਨਾਲ ਹੀ ਇੰਪਲਾਂਟ ਪਾ ਦੇਈਦਾ। ਉਹਦੇ ਨਾਲ ਕੀ ਹੁੰਦਾ, ਇੱਕ ਤਾਂ ਉਹਨਾਂ ਦੀ ਹੱਡੀ ਖੁਰਨ ਤੋਂ ਬਚ ਜਾਂਦੀ ਹੈ ਔਰ ਪੇਸ਼ੈਂਟ ਨੂੰ ਇੱਕੋ ਹੀ ਸਰਜਰੀ ਦੇ ਵਿੱਚ ਕੰਮ ਹੋ ਜਾਂਦਾ, ਉਹਨਾਂ ਨੂੰ ਬਾਰ-ਬਾਰ ਇੰਜੈਕਸ਼ਨ ਲਗਵਾਉਣ ਦੀ ਲੋੜ ਨਹੀਂ ਪੈਂਦੀ ਜੀ। ਤੇ ਬੈਟਰ ਆਪਸ਼ਨ ਇਹੀ ਹੁੰਦੀ ਕਿ ਦੰਦ ਜੇ ਪੂਰੀ ਤਰ੍ਹਾਂ ਗਲ ਗਿਆ, ਖਰਾਬ ਹੋ ਗਿਆ, ਉਹਨੂੰ ਡੈਂਟਲ ਇੰਪਲਾਂਟ ਦੇ ਨਾਲ ਹੀ ਰੀਪਲੇਸ ਕਰਾਇਆ ਜਾਏ ਜੀ। ਡੈਂਟਲ ਇੰਪਲਾਂਟ ਹੈ ਨਾ, ਬਾਰ-ਬਾਰ ਅਸੀਂ ਗੱਲ ਕਰ ਰਹੇ ਡੈਂਟਲ ਇੰਪਲਾਂਟ ਦੀ, ਇਹ ਕਿੱਦਾਂ ਕੀਤਾ ਜਾਂਦਾ? ਇਹ ਦੇਖੋ ਹੁਣ ਅਗਰ ਬਿਲਕੁਲ ਹੀ ਸਟਰਕਚਰ ਖਤਮ ਹੋ ਗਿਆ, ਰੂਟਸ ਬਚ ਗਈਆਂ, ਰੂਟਸ ਤਾਂ ਹੁਣ ਰੂਟਸ ਦੇ ਉੱਪਰ ਅਸੀਂ ਦੰਦ ਨਹੀਂ ਲਗਾ ਸਕਦੇ ਨੈਚੁਰਲ, ਜਿਹੜੀਆਂ ਹੁਣ ਰੂਟਸ ਬਚ ਗਈਆਂ ਉਹਨਾਂ ਨੂੰ ਕੱਢ ਕੇ ਫਿਰ ਅਸੀਂ ਹੱਡੀ ਪ੍ਰੋਪਰ ਉਹਨਾਂ ਦੀ ਉਧਰੋਂ ਲੱਭ ਕੇ ਉਹ ਹੱਡੀ ਦੇ ਵਿੱਚ ਅਸੀਂ ਇੱਕ ਸਕਰੂ ਆਉਂਦਾ, ਟਿਟੈਨੀਅਮ ਸਕਰੂ। ਅੱਛਾ, ਠੀਕ ਹੈ, ਉਹ ਟਿਟੈਨੀਅਮ ਸਕਰੂ ਅਸੀਂ ਬੋਨ ਦੇ ਵਿੱਚ ਪਲੇਸ ਕਰ ਦੇਦਾ। ਉਹ ਹੁਣ ਤੁਹਾਡਾ ਆਰਟੀਫੀਸ਼ੀਅਲ ਰੂਟ ਦਾ ਕੰਮ ਕਰ ਰਿਹਾ। ਉਹ ਵੀ ਇੱਕ ਅਲੱਗ-ਅਲੱਗ ਸਾਈਜ਼ਸ ਦੇ ਆਉਂਦੇ ਨੇ ਅਕੋਰਡਿੰਗ ਟੂ ਪੇਸ਼ੈਂਟ ਦੀ ਬੋਨ, ਪੇਸ਼ੈਂਟ ਦੇ ਬੋਨ ਦੀ ਕੁਆਲਿਟੀ ਔਰ ਪੇਸ਼ੈਂਟ ਦਾ ਕਿੰਨਾ ਕੁ ਏਰੀਆ ਹੈਗਾ, ਜੇ 1 ਪਾਣਾ ਹੈ ਜਾਂ 2 ਪਾਣੇ ਹੈ, ਕਿੰਨੇ ਪਾਣੇ, ਉਹ ਅਲੱਗ-ਅਲੱਗ ਸਾਈਜ਼ਸ ਦੇ ਵਿੱਚ ਆਉਂਦੇ ਨੇ। ਫਿਰ ਡੈਂਟਲ ਇੰਪਲਾਂਟਸ ਦੇ ਨਾਲ ਹੀ ਔਰ ਤੁਹਾਡੀ ਨਾ ਲਾਈਫ ਟਾਈਮ ਇਨਵੈਸਟਮੈਂਟ ਹੈ। ਠੀਕ ਹੈ, ਦੈਟਸ ਅ ਬੈਸਟ ਆਪਸ਼ਨ ਕਿ ਤੁਸੀਂ ਉਹਦੇ ਨਾਲ ਹੀ ਆਪਣੇ ਦੰਦ ਰੀਪਲੇਸ ਕਰਵਾਓ ਜੀ। ਤੇ ਪੂਰੀ ਤਰ੍ਹਾਂ ਸੇਫ ਹੈ ਡੈਂਟਲ ਇੰਪਲਾਂਟ? ਕੰਪਲੀਟਲੀ ਸੇਫ, ਕੋਈ ਵੀ ਕਰਵਾ ਸਕਦਾ, ਕੋਈ ਬਹੁਤ ਜ਼ਿਆਦਾ ਚਾਹੇ ਉਹ ਡਾਇਬੀਟਿਕ ਹੈ, ਹਾਈਪਰਟੈਂਸਿਵ ਹੈ, ਕਿਸੇ ਵੀ ਤਰ੍ਹਾਂ ਦਾ ਪੇਸ਼ੈਂਟ ਹੈ, ਕੋਈ ਵੀ ਕਰਾ ਸਕਦਾ ਹੈ ਜੀ। ਮਤਲਬ ਲਾਈਫ ਟਾਈਮ ਤੁਸੀਂ ਡੈਂਟਲ ਇੰਪਲਾਂਟ ਕਰਾ ਕੇ ਸਿਕਿਉਰ ਹੋ ਸਕਦੇ ਹੋ? ਬਿਲਕੁਲ, ਉਹ ਇੱਕ ਲਾਈਫ ਟਾਈਮ ਟ੍ਰੀਟਮੈਂਟ ਹੈ ਤੁਹਾਡਾ। ਜਦੋਂ ਪੇਸ਼ੈਂਟ ਡੈਂਟਲ ਇੰਪਲਾਂਟ ਕਰਾਉਂਦਾ ਉਸ ਵੇਲੇ ਕੋਈ ਖਾਸ ਡਾਈਟ ਵੀ ਦੱਸੀ ਜਾਂਦੀ ਹੈ ਡੈਂਟਲ ਇੰਪਲਾਂਟ ਵੇਲੇ? ਹਾਂ ਦੇਖੋ, ਜਿਹੜੀ ਸਾਈਡ ਦਾ ਅਗਰ ਕੋਈ ਸਪੋਜ਼ ਉਹਨਾਂ ਦੇ ਇੱਕ ਜੌ ਦੇ ਇੱਕ ਸਾਈਡ ਦਾ ਟ੍ਰੀਟਮੈਂਟ ਹੋਇਆ ਹੈ, ਫਿਰ ਅਸੀਂ ਪੇਸ਼ੈਂਟ ਨੂੰ ਕਹੀਦਾ ਐਟਲੀਸਟ 2-3 ਪਹਿਲੇ ਦਿਨ ਜਿਸ ਦਿਨ ਸਰਜਰੀ ਹੁੰਦੀ ਉਸ ਦਿਨ ਤਾਂ ਉਹਨਾਂ ਨੂੰ ਕਹੀਦਾ ਤੁਸੀਂ ਠੰਡੀ ਚੀਜ਼ ਲੈਣੀ ਹੈ, ਕੋਈ ਗਰਮ ਚੀਜ਼ ਨਹੀਂ ਖਾਣੀ, ਕਿਉਂਕਿ ਮਸੂੜੇ ਤੇ ਕੋਈ ਵੀ ਗਰਮ ਚੀਜ਼ ਲੱਗੇਗੀ ਤਾਂ ਅਲਸਰਸ ਹੋਣ ਦੇ ਚਾਂਸਸ ਹੁੰਦੇ। ਫਿਰ ਅਗਰ ਤੁਸੀਂ ਨੈਚੁਰਲੀ ਥੋੜੇ ਦਿਨ ਸੌਫਟ ਡਾਈਟ ਹੀ ਲਓ ਤਾਂ ਕਿ ਉਹਦੇ ਉੱਤੇ ਭਾਰ ਨਾ ਪਏ। ਠੀਕ ਹੈ, ਜਿਹੜਾ ਵੀ ਅਸੀਂ ਤੁਹਾਡੇ ਇੰਪਲਾਂਟ ਪਾਇਆ ਨੈਚੁਰਲੀ ਉਹ ਇਦਾਂ ਹੀ ਕੰਮ ਕਰਦਾ ਜਿਵੇਂ ਅਸੀਂ 2 ਹੱਡੀਆਂ ਜੋੜੀ ਦੀਆਂ, ਹੱਡੀਆਂ ਜੋੜਦੇ ਆ ਤਾਂ ਅਸੀਂ ਕਹਿੰਦੇ ਆ ਉਹਨਾਂ ਨੂੰ ਵੇਟ ਕਰੋ, ਬਹੁਤਾ ਚੱਲਣਾ ਨਹੀਂ, ਭਾਰ ਨਹੀਂ ਪਾਣਾ, ਜ਼ੋਰ ਨਹੀਂ ਪਾਣਾ, ਤੇ ਉਸ ਚੀਜ਼ ਨੂੰ ਤੁਸੀਂ ਰੈਸਟ ਪੋਜੀਸ਼ਨ ਤੇ ਰੱਖੋ ਤਾਂ ਕਿ ਉਹ ਜਲਦੀ ਉਹਦੇ ਆਸ-ਪਾਸ ਹੱਡੀ ਜਿਹੜੀ ਵੀ ਬਣ ਰਹੀ ਹੈ ਉਹ ਪ੍ਰੋਪਰ ਆਪਣੇ ਨਿਯਮ ਤੇ ਬੰਦੀ ਰਵੇ ਤੇ ਉਹ हिले ਨਾ ਡੁੱਲੇ ਨਾ, ਨਹੀਂ ਤਾਂ ਲੂਜ਼ ਹੋਣ ਦੇ ਚਾਂਸਸ ਹੁੰਦੇ ਇੰਪਲਾਂਟ ਤੇ ਇਸ ਲਈ ਸੌਫਟ ਡਾਈਟ ਥੋੜੀ ਦੇਰ ਲਈ ਕਹੀਦੀ ਹੈ, ਅਰਾਊਂਡ 1 ਹਫਤੇ, ਉਸ ਤੋਂ ਬਾਅਦ ਪੇਸ਼ੈਂਟ ਆਪਣੀ ਕਿਸੇ ਵੀ ਡਾਈਟ ਤੇ ਆ ਸਕਦਾ ਹੈ। ਜੇ ਫੁੱਲ ਮਾਊਥ ਦਾ ਹੋਇਆ ਤੇ ਨੈਚੁਰਲੀ ਪੇਸ਼ੈਂਟ ਨੂੰ ਥੋੜਾ ਅਰਾਊਂਡ 1-2 ਤੋਂ 3 ਹਫਤੇ ਲੱਗ ਹੀ ਜਾਂਦੇ ਨੇ ਆਪਣੀ ਡਾਈਟ ਨੂੰ ਥੋੜਾ ਜਿਹਾ ਸੌਫਟ ਰੱਖ ਕੇ ਹੀ ਚੱਲਣ। ਖਾਇਆ ਵੀ ਨਹੀਂ ਜਾਏਗਾ ਪੇਸ਼ੈਂਟ ਕੋਲੋਂ ਕਿਉਂਕਿ ਮੁਝ ਕੋਈ ਵੀ ਦੰਦ ਨਹੀਂ ਹੋਏਗਾ, ਨੈਚੁਰਲੀ ਪੇਸ਼ੈਂਟ ਨੂੰ ਚਬਾਉਣ ਤੇ ਦਿੱਕਤ ਹੀ ਆਉਂਦੀ ਹੈ ਤੇ ਪੇਸ਼ੈਂਟ ਆਲਮੋਸਟ ਸੈਮੀ ਸੋਲਿਡ ਜਾਂ ਲਿਕੁਇਡ ਡਾਈਟ ਤੇ ਹੀ ਹੁੰਦੇ ਹੈ ਜੀ। ਮਤਲਬ ਡੈਂਟਲ ਇੰਪਲਾਂਟ ਵੇਲੇ ਵੀ ਇਹ ਸਾਰੀਆਂ ਗੱਲਾਂ ਜਿਹੜੀ ਧਿਆਨ ਰੱਖਣੀਆਂ ਬਹੁਤ ਜ਼ਰੂਰੀ ਹੈ। ਤੇ ਕੋਈ ਏਜ ਵੀ ਹੈ ਕਿ ਇਸ ਏਜ ਦੇ ਵਿੱਚ ਹੀ ਡੈਂਟਲ ਇੰਪਲਾਂਟ ਹੁੰਦਾ ਹੈ ਜਾਂ ਇੱਕ ਕਿਸੇ ਛੋਟੀ ਏਜ ਦੇ ਬੱਚੇ ਨੂੰ ਜਾਂ ਅਡਲਟ ਨੂੰ ਲੋੜ ਪੈਂਦੀ ਹੈ ਤੇ ਕੀਤਾ ਜਾਂਦਾ ਡੈਂਟਲ ਇੰਪਲਾਂਟ? ਨਹੀਂ ਦੇਖੋ, ਉਹੀ ਮੈਂ ਕਹਿਣਾ 18 ਇਅਰਸ ਆਫਟਰ ਜਦੋਂ ਸਾਰੀ ਸਕੈਲੇਟਲ ਗਰੋਥ ਹੋ ਜਾਂਦੀ ਪੇਸ਼ੈਂਟ ਦੀ ਕੰਪਲੀਟ, 18 to 20 ਪਲੱਸ ਦੇ ਵਿੱਚ ਕਿਸੇ ਵੀ ਪੇਸ਼ੈਂਟ ਦੇ ਵਿੱਚ ਕੀਤਾ ਜਾ ਸਕਦਾ ਹੈ। ਦੈਨ ਲੇਟਰ ਕਿਸੇ ਵੀ ਸਟੇਜ ਦੇ ਵਿੱਚ ਅਰਾਊਂਡ ਇਵਨ ਮੈਂ ਆਪਣੀ ਕਲੀਨਿਕ ਤੇ ਅਰਾਊਂਡ 92 ਇਅਰ ਦੇ ਪੇਸ਼ੈਂਟ ਦਾ ਵੀ ਇੰਪਲਾਂਟ ਕੀਤਾ ਹੈ। ਹੁਣੇ ਰੀਸੈਂਟਲੀ ਸਰਜਰੀ ਕੀਤੀ ਉਹਨਾਂ ਦੇ, ਤਾਂ ਉਹਨਾਂ ਦੇ 2 ਇੰਪਲਾਂਟਸ ਪਾਏ ਹੈ ਐਂਡ ਹੀ ਆਲਰੇਡੀ ਉਹਨਾਂ ਦੇ ਮੂੰਹ 'ਚ ਆਪਣੇ ਹੀ ਦੰਦ ਬਹੁਤ ਸਾਰੇ ਨੇ, ਸਿਰਫ ਉਹੀ 2 ਦੰਦ ਮਿਸਿੰਗ ਸੀ, ਤਾਂ ਉਹਨਾਂ ਨੂੰ ਲੱਗਾ ਕਿ ਨਹੀਂ ਚਲੋ ਇਹ ਵੀ ਪੂਰੇ ਹੋ ਜਾਣ ਐਂਡ ਉਹਨਾਂ ਦਾ ਐਂਥੂਸੀਆਜ਼ਮ ਦੇਖ ਕੇ ਸਾਨੂੰ ਵੀ ਹੁੰਦਾ ਕਿ ਨਹੀਂ ਵਾਓ ਕਰੋ ਜੀ। ਬੜੀ ਖੂਬਸੂਰਤ ਤੁਸੀਂ ਗੱਲ ਸੁਣਾਈ। ਜੇ ਹੋਰ ਵੀ ਕੋਈ ਡੈਂਟਲ ਇੰਪਲਾਂਟ ਬਾਰੇ ਇਦਾਂ ਦੀ ਕੋਈ ਜਾਣਕਾਰੀ ਲੈਣਾ ਚਾਹੁੰਦਾ ਤਾਂ ਕਿੱਦਾਂ ਲੈ ਸਕਦਾ ਤੁਹਾਡੇ ਤੋਂ? ਦੇਖੋ, ਉਹ ਆ ਸਕਦੇ ਨੇ ਸਾਡੇ ਕਲੀਨਿਕ, ਯੁਵਾ ਵੈਲਨੈਸ ਕਲੀਨਿਕ ਲਾਜਪਤ ਨਗਰ ਮਾਰਕੀਟ ਜਲੰਧਰ 'ਚ ਹੈ, ਤਾਂ ਉਹ ਸਾਨੂੰ ਨਹੀਂ ਤਾਂ ਕਾਲ ਵੀ ਕਰ ਸਕਦੇ ਨੇ। ਠੀਕ ਹੈ, 9915110650 ਨੰਬਰ ਹੈ ਕਲੀਨਿਕ ਦਾ, ਤੇ ਉਹ ਸਾਨੂੰ ਕਦੇ ਵੀ ਕਾਲ ਕਰਕੇ ਆਪਣੀ ਕੋਈ ਵੀ ਉਹਨਾਂ ਦੀ ਕੁਐਰੀ ਹੈ ਡੈਂਟਲ ਦੇ ਰਿਲੇਟਡ, ਹੇਅਰ ਟ੍ਰਾਂਸਪਲਾਂਟ ਦੇ ਰਿਲੇਟਡ, ਉਹ ਕੁਝ ਵੀ ਇਨਕੁਆਇਰੀ ਸਾਡੇ ਕੋਲ ਲੈ ਸਕਦਾ ਹੈ ਜੀ। ਇਸ ਤੋਂ ਇਲਾਵਾ ਜੇ ਡਾਈਟ ਦੀ ਗੱਲ ਕਰੀਏ, ਜੇ ਇੱਕ ਸਵਾਲ ਸਾਰੇ ਲਈ ਹੈ ਨਾ, ਜੇ ਹਰ ਇੱਕ ਨੇ ਆਪਣੇ ਦੰਦ ਜਿਹੜੇ ਫਿੱਟ ਰੱਖਣੇ ਨੇ, ਚੰਗੇ ਰੱਖਣੇ ਨੇ, ਦਰਦ ਨਾ ਹੋਵੇ ਦੰਦ 'ਚ, ਦੰਦ ਝੜਨ ਨਾ, ਤੇ ਕਿੱਦਾਂ ਦੀ ਡਾਈਟ ਲੈਣੀ ਚਾਹੀਦੀ ਹੈ?
ਦੇਖੋ ਅਗਰ ਰॉ ਡਾਈਟ ਖਾ ਸਕਦੇ ਹੋ ਤਾਂ ਬਹੁਤ ਅੱਛਾ, ਔਰ ਸਪੈਸ਼ਲ ਹੈ ਫਾਸਟ ਫੂਡ ਨੂੰ ਤਾਂ ਜ਼ੀਰੋ ਬੋਲ ਦਿਓ, ਲੇਕਿਨ ਵਾਂਸ ਇਨ ਅ ਵਾਈਲ ਅਗਰ ਖਾ ਰਹੇ ਹੋ ਤਾਂ ਉਹਨੂੰ ਵਾਂਸ ਇਨ ਅ ਬਲੂ ਮੂਨ ਹੀ ਰੱਖੋ, ਉਹਨੂੰ ਬਹੁਤ ਜ਼ਿਆਦਾ ਤਜੱਬੁਬ ਨਾ ਦਿਓ, ਕਿਉਂਕਿ ਨਾ ਤਾਂ ਸਾਡੇ ਪੇਟ ਲਈ ਠੀਕ ਹੈ ਨਾ ਸਾਡੇ ਦੰਦਾਂ ਲਈ ਠੀਕ ਹੈ, ਓਵਰਆਲ ਹੈਲਥ ਲਈ ਤਾਂ ਬਿਲਕੁਲ ਨਹੀਂ, ਰਾਈਟ। ਤਾਂ ਬੈਟਰ ਹੈ ਅਗਰ ਤੁਸੀਂ ਜਿੰਨਾ ਰॉ ਡਾਈਟ ਲੋਗੇ ਉਨਾ ਅੱਛਾ ਹੈ, जिन्ने नट्स खाओगे उतना अच्छा है, ओमेगा फैटी एसिड्स और कैरेट्स, स्पिनच और ਜਿਹੜੀਆਂ ਬੇਸਿਕ ਜਿਹੜੀਆਂ ਸਾਡੀਆਂ ਸਬਜ਼ੀਆਂ, ਟਰਾਈ ਟੂ ਟੇਕ ਆਲ ਵੈਜੀਟੇਬਲਸ, ਲਾਈਕ ਸਾਰੇ ਕਲਰਸ ਦੀਆਂ ਵੈਜੀਟੇਬਲਸ ਖਾਓ, ਯੈਲੋ, ਰੈਡ, ਗ੍ਰੀਨ, ਟਰਾਈ ਟੂ ਐਡ ਕਲਰਸ ਇਨ ਯੋਰ ਵੈਜੀਟੇਬਲਸ। ਜੇ ਜਿੰਨੇ ਤੁਸੀਂ ਕਲਰਸ ਵਾਲੀਆਂ ਵੈਜੀਟੇਬਲਸ ਖਾਓਗੇ ਤੁਹਾਨੂੰ ਹਰ ਤਰ੍ਹਾਂ ਦਾ ਨਿਊਟ੍ਰੀਐਂਟ ਰਿਕਵਰ ਹੋਏਗਾ ਤੁਹਾਡੀ ਬੋਡੀ ਦੇ ਵਿੱਚ। ਜੀ, ਤੇ ਗੱਲ ਜੇ ਕਰਾਂਗੇ ਬਹੁਤ ਜ਼ਿਆਦਾ ਠੰਡਾ ਖਾਣ ਦੀ, ਜਿਸ ਦਾ ਗਰਮੀਆਂ ਦਾ ਮੌਸਮ ਹੈ, ਅਸੀਂ ਆਈਸਕ੍ਰੀਮ ਦੀ ਇਨਟੇਕ ਜ਼ਿਆਦਾ ਹੋ ਜਾਂਦੀ ਹੈ, ਆਈਸਕ੍ਰੀਮ ਜ਼ਿਆਦਾ ਖਾਣੀਆਂ ਸ਼ੁਰੂ ਕਰ ਦਿੰਦੇ ਆ। ਇਸੇ ਤਰ੍ਹਾਂ ਜਦੋਂ ਸਰਦੀਆਂ ਹੁੰਦੀਆਂ ਤਾਂ ਬਹੁਤ ਗਰਮ ਚੀਜ਼ਾਂ ਖਾਧੀਆਂ ਜਾਂਦੀਆਂ ਨੇ। ਇਹ ਡਾਇਰੈਕਟ ਇੰਨਾ ਗਰਮ ਤੇ ਇੰਨਾ ਠੰਡਾ ਖਾਣਾ ਦੰਦਾਂ ਤੇ ਕੀ ਅਸਰ ਪਾਉਂਦਾ? ਬਿਲਕੁਲ ਬਹੁਤ ਜਲਦੀ ਖਰਾਬ ਕਰਦੇ ਨੇ। ਬਹੁਤ ਤੇਜ਼ ਗਰਮ ਖਾਣ ਨਾਲ ਸਾਡੇ ਮਸੂੜਿਆਂ ਤੇ ਅਲਸਰਸ ਰੈਗੂਲਰ ਹੋਣ ਦੇ ਚਾਂਸਸ ਹੁੰਦੇ ਆ, ਸਾਡੇ ਦੰਦਾਂ ਦੀ ਜਿਹੜੀ ਅਪਰ ਲੇਅਰ ਹੈ ਉਹ ਬਹੁਤ ਜ਼ਿਆਦਾ ਡੈਮੇਜ ਹੋ ਰਹੀ ਹੈ, ਰਾਈਟ। ਔਰ ਜੇ ਬਹੁਤ ਜ਼ਿਆਦਾ ਠੰਡਾ ਖਾਂਦੇ ਹੋ ਤਾਂ ਵੀ ਨੁਕਸਾਨ ਹੈ, ਠੀਕ ਹੈ, ਔਰ ਲੇਕਿਨ ਨੁਕਸਾਨ ਸੇਮ ਹੀ ਹੈ ਆਲਮੋਸਟ, ਬਟ ਜਿਹੜੇ ਅਲਸਰਸ ਹੋਣ ਦੇ ਚਾਂਸਸ ਹੈ ਉਹ ਜ਼ਿਆਦਾ ਹੌਟ ਫੂਡ ਖਾਣ ਨਾਲ ਜ਼ਿਆਦਾ ਚਾਂਸਸ ਹੁੰਦੇ ਹੈ ਜੀ। ਠੰਡਾ ਖਾਣ ਨਾਲ ਸਾਡੇ ਦੰਦਾਂ ਦੀ ਅਪਰ ਲੇਅਰ ਜਿਹੜੀ ਹੈਗੀ ਉਹ ਜ਼ਿਆਦਾ ਅਫੈਕਟ ਕਰਦੀ ਹੈ ਜੀ। ਇਸ ਲਈ ਜ਼ਿਆਦਾ ਠੰਡਾ ਜਾਂ ਜ਼ਿਆਦਾ ਗਰਮ ਇਹਦੇ ਤੋਂ ਵੀ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ। ਤੇ ਇਸੇ ਤਰ੍ਹਾਂ ਜੇ ਮੈਂ ਗੱਲ ਕਰਾਂ, ਜਿਸ ਤਰ੍ਹਾਂ ਬੱਚਿਆਂ ਦੀ ਗੱਲ ਕੀਤੀ ਸੀ ਕਿ ਬੱਚੇ ਖੇਲਦੇ ਨੇ, ਸ਼ਰਾਰਤਾਂ ਕਰਦੇ ਨੇ, ਗਿਰਦੇ ਨੇ, ਸੱਟ ਲੱਗ ਜਾਂਦੀ ਹੈ ਤੇ ਦੰਦਾਂ ਦੀ ਪ੍ਰੋਬਲਮਸ ਹੋ ਜਾਂਦੀ ਹੈ, ਉਹਦਾ ਤੁਸੀਂ ਸਾਨੂੰ ਡਿਟੇਲ ਦੇ ਵਿੱਚ ਦੱਸਿਆ ਕਿ ਇੱਦਾਂ ਇਲਾਜ ਕੀਤਾ ਜਾ ਸਕਦਾ ਹੈ। ਇਹ ਇੱਕ ਸਵਾਲ ਜੇ ਵੱਡਿਆਂ ਨੂੰ ਲੈ ਕੇ ਕਰੀਏ ਕਿ ਕਈ ਵਾਰ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ, ਉਹ ਐਕਸੀਡੈਂਟ ਦੇ ਵਿੱਚ ਦੰਦ ਦਾ ਝੜ ਜਾਣਾ, ਟੁੱਟ ਜਾਣਾ ਆਮ ਜੀ ਗੱਲ ਹੋ ਗਈ ਹੈ, ਉਸ ਵੇਲੇ ਕਿੱਦਾਂ ਟ੍ਰੀਟਮੈਂਟ ਕੀਤਾ ਜਾਂਦਾ? ਦੇਖੋ ਅਗੇਨ ਸੇਮ ਚੀਜ਼ ਹੀ ਦੇਖੀ ਦੀ ਹੈ, ਕਿਹੜੇ ਲੈਵਲ ਤੇ ਦੰਦ ਟੁੱਟਿਆ। ਜੇ ਉਹਨਾਂ ਦਾ ਨਾਰਮਲ ਸਿਰਫ ਅਗਲੇ ਦੰਦ ਸਿਰਫ ਥੋੜੇ ਥੋੜੇ ਖੁਰੇ ਨੇ, ਫਿਰ ਤਾਂ ਆਪਾਂ ਉਹਨਾਂ ਨੂੰ ਬਿਲਡਅਪ ਕਰ ਦਈਦਾ ਆਪਣੇ ਡੈਂਟਲ ਮਟੀਰੀਅਲਸ ਦੇ ਨਾਲ। ਕੰਪੋਜ਼ਿਟ ਮਟੀਰੀਅਲਸ ਹੁੰਦੇ ਨੇ, ਲੇਜ਼ਰ ਨਾਲ ਉਹਨਾਂ ਦੀ ਸੈਟਿੰਗ ਹੁੰਦੀ ਹੈ, ਟੁੱਥ ਕਲਰਡ ਹੀ ਹੁੰਦੇ ਹੈ ਅਕੋਰਡਿੰਗ ਟੂ ਦਾ ਕਲਰ ਆਫ ਦਾ ਪੇਸ਼ੈਂਟਸ ਟੀਥ, ਉਹਦੇ ਨਾਲ ਆਪਾਂ ਉਹਨਾਂ ਦਾ ਟ੍ਰੀਟਮੈਂਟ ਕਰ ਦਈਦਾ। ਬਟ ਅਗਰ ਹੁਣ ਜ਼ਿਆਦਾ ਦੰਦ ਟੁੱਟ ਗਿਆ ਹੈ ਫਿਰ ਨੈਚੁਰਲੀ ਅਗੇਨ ਰੂਟ ਕੈਨਾਲ ਕਰਕੇ ਅਸੀਂ ਦੰਦ ਨੂੰ ਬਚਾਉਂਦੇ ਹਾਂ ਪਹਿਲੇ, ਫਿਰ ਉਹਦੇ ਉੱਪਰ ਕੈਪ ਕਰ ਦਈਦੀ ਹੈ। ਹੁਣ ਬੱਚਿਆਂ ਦੇ ਵਿੱਚ ਕੀ ਹੈ, ਵੇਟਿੰਗ ਪੀਰੀਅਡ ਦੇ ਵਿੱਚ ਅਸੀਂ ਕਈ ਵਾਰੀ ਕੈਪ ਕਰੀਦੀ ਹੈ, ਅਡਲਟਸ ਦੇ ਵਿੱਚ ਅਸੀਂ ਨਾਲ ਹੀ ਕੈਪ ਕਰ ਦਈਦੀ ਹੈ, ਠੀਕ ਹੈ। ਔਰ ਜੇ ਉਹਨਾਂ ਦਾ ਦੰਦ ਪੂਰਾ ਹੀ ਬਾਹਰ ਆ ਗਿਆ ਜੀ, ਅਗਰ ਉਹ ਪੂਰਾ ਫੁੱਲ ਰੂਟ ਦੇ ਨਾਲ ਬਾਹਰ ਆਇਆ ਤੇ ਫਿਰ ਤਾਂ ਉਹਨੂੰ ਵਾਪਸ ਰੀਪਲੇਸ ਕਰਨ ਦੇ ਚਾਂਸਸ ਹੁੰਦੇ ਆ ਜੇਕਰ ਪੇਸ਼ੈਂਟ ਦੰਦ ਲੈ ਆਂਦਾ ਆਪਣਾ ਨਾਲ ਹੀ ਵਾਪਸ। ਲੇਕਿਨ ਅਗਰ ਪੇਸ਼ੈਂਟ ਦਾ ਦੰਦ ਨਹੀਂ ਮਿਲਿਆ ਜਾਂ ਕੁਝ, ਫਿਰ ਇੰਪਲਾਂਟ ਵੀ ਪਾਇਆ ਜਾ ਸਕਦਾ ਹੈ, ਔਰ ਉਹੀ ਬੈਸਟ ਆਪਸ਼ਨ ਹੈ ਕਿ ਡੈਂਟਲ ਇੰਪਲਾਂਟਸ ਦੇ ਨਾਲ ਹੀ ਪੇਸ਼ੈਂਟ ਨੂੰ ਪਰਮਾਨੈਂਟ ਟੂਥ ਰਿਪਲੇਸ ਕੀਤਾ ਜਾਵੇ। ਡਾਕਟਰ ਮਿਨਲ, ਤੁਸੀਂ ਸਾਡੇ ਪੰਜਾਬ 1 TV ਦੇ ਸਟੂਡੀਓ ਦੇ ਵਿੱਚ ਆਏ, ਦੰਦਾਂ ਦੀ ਸੰਭਾਲ ਬਾਰੇ ਤੁਸੀਂ ਬਹੁਤ ਖਾਸ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। For more updates, download Punjab 1 TV app free on Roku, Tikri TV, Google Play Store, iOS. Like, follow and share our Facebook page. YouTube channel भी subscribe कर सकते हो।